ਤਉ ਦਾਸ ਹਮਰਾਵਰ ਕੇਰੇ, ਕਾਲ ਤਰਨ ਕਮਸਾਨ ਕਨੇਰੇ। ਤਉ ਦਾਸ ਹਮਰਾਵਰ ਕੇਰੇ, ਕਾਲ ਤਰਨ ਕਮਸਾਨ ਕਨੇਰੇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਈ ਲੀਤ ਹੈ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੀ ਬਾਰੰਬਾਰ ਗੁਰ ਹੀਤ ਹੈ। ਪਾਵਨੀ ਭਗਤ ਭਾਈ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੀਤ 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 ਹੈ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਆਪ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜਿਓਂ ਚੱਲ ਕਰਕੇ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਅਸਥਾਨ ਅਥਵਾ ਗੁਰੂ ਬਾਬਾ ਜੀਆਂ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ, ਸਭ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਉਣ ਦੇ ਵਾਸਤੇ ਚਿੱਤ ਬਿਰਤੀ ਨੂੰ ਬਾਹਰੋਂ ਇਕਾਗਰ ਕਰਨ ਦੀ ਖੇਚਲ ਕਰੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ ਕਿ ਜਿਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੱਸੀ ਨਾਮ ਦੇ ਪਿੰਡ ਦੇ ਵਿੱਚ ਪਹੁੰਚਦੇ ਹਨ, ਉਸ ਅਸਥਾਨ 'ਤੇ ਸਤਿਗੁਰਾਂ ਆਪਣਾ ਡੇਰਾ ਲਗਾਇਆ ਔਰ ਸਾਰੇ ਯੋਧੇ ਸੂਰਮੇ ਸਤਿਗੁਰੂ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਸਵਾਏਮਾਨ ਹੋਏ। ਹੋਰ ਵੀ ਨਗਰ ਦੀ ਸਿੱਖ ਸੰਗਤ, ਬਹੁਤ ਭਾਰੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦਾ ਇਕੱਠ ਹੋ ਜਾਂਦਾ ਹੈ। ਤਾਂ ਸਤਿਗੁਰੂ ਮਹਾਰਾਜ ਸੋਭਾਏਮਾਨ ਹਨ ਚਰਨਾਂ ਦੇ ਵਿੱਚ। ਬਹੁਤ ਸਾਰੀ ਸਿੱਖ ਸੰਗਤ ਯੋਧੇ ਸੂਰਮੇ ਉਹ ਵੀ ਸੋਭਾਏਮਾਨ ਹਨ, ਬੈਠੇ ਹਨ। ਤਾਂ ਬੈਠਿਆਂ ਬੈਠਿਆਂ ਸਤਿਗੁਰੂ ਮਹਾਰਾਜ ਜੀਆਂ ਨੇ ਖੜੇ ਹੋ ਕੇ ਆਪਣੀ ਰਸਨਾ ਤੋਂ 3 ਵਾਰ ਇਹ ਬਚਨ ਉਚਾਰਨ ਕੀਤੇ। ਸਤਿਗੁਰੂ ਕਹਿਣ ਲੱਗੇ, ਜੱਸੀ ਆਏ ਚੱਲੇ ਗੁੜ ਖਾਏ ਚੱਲੇ। ਇਸ ਜੱਸੀ ਨਗਰ ਦੇ ਵਿੱਚ ਡੇਰਾ ਹੈ ਤੇ ਸਿੱਖ ਸੰਗਤਾਂ ਦੇ ਵਿੱਚ ਸਤਿਗੁਰਾਂ ਇਹ ਵਚਨ 2-3 ਵਾਰ ਉੱਚੀ ਆਵਾਜ਼ ਦੇ ਵਿੱਚ ਕਹਿਣਾ ਕੀਤੇ, ਜੱਸੀ ਆਏ ਚੱਲੇ ਗੁੜ ਖਾਏ ਚੱਲੇ। ਤਾਂ ਸਭ ਸਿੱਖ ਸੰਗਤਾਂ ਇਹ ਸੁਣ ਕੇ ਦੇਖ ਕੇ ਹੈਰਾਨ ਸਨ ਕਿ ਸਤਿਗੁਰੂ ਕੀ ਵਚਨ ਕਰ ਰਹੇ ਹਨ, ਸਤਿਗੁਰਾਂ ਦੇ ਕੀ ਕੌਤਕ ਹਨ ਔਰ ਕਿਸ ਤਰ੍ਹਾਂ ਆਪਣੀ ਮੌਜ ਦੇ ਵਿੱਚ ਇਹ ਸਤਿਗੁਰਾਂ ਬਚਨ ਕੀਤਾ। ਪਰ ਕਿਸੇ ਨੇ ਵੀ ਅੱਗੋਂ ਕੋਈ ਸਵਾਲ ਨਹੀਂ ਪੁੱਛਿਆ, ਜਵਾਬ ਨਹੀਂ ਪੁੱਛਿਆ ਤੇ ਸਭ ਦੇ ਸਭ ਚੁੱਪ ਕਰ ਜਾਂਦੇ ਹਨ। ਪਰ ਮਨ ਦੇ ਵਿੱਚ ਹੈਰਾਨ ਹਨ ਕਿ ਸਤਿਗੁਰਾਂ ਦੀ ਕੀ ਮੌਜ ਹੈ। ਤਾਂ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀਆਂ ਦੇ ਚਰਨਾਂ 'ਚ ਸੁਭਾਏਮਾਨ ਸਿੱਖ ਸੰਗਤਾਂ ਤਾਂ 4 ਘੜੀਆਂ ਦਾ ਸਮਾਂ ਬਤੀਤ ਹੋਇਆ ਅਤੇ ਇੱਕ ਲਵਾਣਾ ਸਿੱਖ
ਜੋ ਇਹਨਾਂ ਪਿੰਡਾਂ ਦੇ ਵਿੱਚ, ਨਗਰਾਂ ਦੇ ਵਿੱਚ ਗੁੜ ਦਾ ਵਪਾਰ ਕਰਦਾ ਫਿਰਦਾ ਸੀ। ਇਸ ਨੇ ਆਪਣੇ ਪਾਸ ਬਹੁਤ ਸਾਰੇ ਬੈਲ ਗੱਡੇ ਰੱਖੇ ਹੋਏ ਸਨ। ਗੱਡਿਆਂ ਦੇ ਵਿੱਚ ਬਹੁਤ ਸਾਰਾ ਗੁੜ ਰੱਖਿਆ ਹੋਇਆ ਸੀ ਜੋ ਇਹ ਵਪਾਰ ਕਰਦਾ ਫਿਰਦਾ ਸੀ। ਤਾਂ ਇਸ ਸਿੱਖ ਨੂੰ ਪਤਾ ਚੱਲਿਆ, ਲਵਾਣੇ ਸਿੱਖ ਨੂੰ ਪਤਾ ਚੱਲਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਮਿਆਂ ਨਜ਼ਦੀਕ ਹੀ ਜੱਸੀ ਪਿੰਡ ਦੇ ਵਿੱਚ ਠਹਿਰੇ ਹੋਏ ਹਨ ਤੇ ਬੜੀ ਖੁਸ਼ੀ ਦੇ ਨਾਲ ਸਤਿਗੁਰਾਂ ਦੇ ਪਾਸ ਦਰਸ਼ਨ ਕਰਨ ਦੇ ਵਾਸਤੇ ਆਇਆ। ਤਾਂ ਵਪਾਰ ਦੇ ਵਾਸਤੇ ਜੋ ਇਸ ਦੇ ਪਾਸ ਗੁੜ ਸੀ, 30 ਮਣ ਪੱਕਾ ਗੁੜ ਇਸ ਦੇ ਪਾਸ ਸੀ, ਗੱਡਿਆਂ ਦੇ ਵਿੱਚ ਲੱਦਿਆ ਹੋਇਆ। ਇਹ ਸਾਰੇ ਦਾ ਸਾਰਾ ਗੁੜ ਸਤਿਗੁਰੂ ਮਹਾਰਾਜ ਜੀਆਂ ਦੇ ਪਾਸ ਭੇਟਾ ਕਰ ਦਿੰਦਾ ਹੈ। ਇਹ ਗੁਰਸਿੱਖ ਗੁਰੂ ਮਹਾਰਾਜ ਜੀਆਂ ਦੀ ਖੁਸ਼ੀ ਪ੍ਰਾਪਤ ਕਰਨ ਦੇ ਵਾਸਤੇ ਸਾਰੇ ਦਾ ਸਾਰਾ ਗੁੜ, 30 ਮਣ ਪੱਕਾ ਗੁੜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਭੇਟਾ ਕਰਦਾ ਹੈ। ਤਾਂ ਉਸ ਸਮੇਂ ਸਿੱਖ ਸੰਗਤਾਂ ਨੂੰ ਪਤਾ ਚੱਲਿਆ ਕਿ 4 ਘੜੀਆਂ ਪਹਿਲਾਂ ਸਤਿਗੁਰਾਂ ਇਹ ਬਚਨ ਕੀਤੇ ਸਨ, ਜੱਸੀ ਆਏ ਚੱਲੇ ਗੁੜ ਖਾਏ ਚੱਲੇ। ਇਹ ਕਾਰਨ ਸੀ ਇਸ ਦਾ, ਇਹ ਮਕਸਦ ਸੀ ਇਸ ਬਚਨਾਂ ਦੇ ਕਹਿਣ ਦਾ। ਤਾਂ ਸਤਿਗੁਰੂ ਪਹਿਲਾਂ ਹੀ ਜਾਣਦੇ ਸਨ। ਤਾਂ ਇਹ ਗੁੜ ਭੇਟਾ ਕੀਤਾ। ਤਾਂ ਉਸ ਦਿਨ ਗੁਰੂ ਕੇ ਲੰਗਰਾਂ ਦੇ ਵਿੱਚ ਭੋਜਨ ਪਾਣੀ, ਲੰਗਰ ਪਾਣੀ ਆਦਿ ਹੋਰ ਨਾ ਤਿਆਰ ਕੀਤਾ ਗਿਆ। ਸਾਰੀ ਸਿੱਖ ਸੰਗਤ ਨੂੰ ਛਕਣ ਦੇ ਵਾਸਤੇ ਮਨ ਭਾਉਂਦਾ ਗੁੜ ਜਿੰਨਾ ਜਿੰਨਾ ਕੋਈ ਖਾ ਸਕਦਾ ਸੀ, ਇਹੀ ਸਭ ਨੇ ਛਕਿਆ। ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਕੁਝ ਕੁ ਦਿਨ ਇੱਥੇ ਆਪਣਾ ਡੇਰਾ ਰੱਖਿਆ। ਸਿੱਖ ਸੰਗਤਾਂ ਨੂੰ ਦਰਸ਼ਨ ਦੇ ਕੇ ਬਚਨ ਬਿਲਾਸ ਸੁਣਾ ਕੇ ਨਿਹਾਲ ਕੀਤਾ। ਤਾਂ ਸਤਿਗੁਰਾਂ ਇੱਥੋਂ ਆਪਣਾ ਡੇਰਾ ਅੱਗੇ ਨੂੰ ਕੂਚ ਕਰਦੇ ਹਨ। ਅੱਗੇ ਪੱਕਾ ਨਾਮ ਦਾ ਇੱਕ ਨਗਰ, ਇੱਥੇ ਸਤਿਗੁਰਾਂ ਪਿੰਡ ਤੋਂ ਬਾਹਰ ਆਪਣਾ ਡੇਰਾ ਲਗਾਇਆ। ਪੱਕੇ ਪਿੰਡ ਸਤਿਗੁਰਾਂ ਜਦ ਡੇਰਾ ਲਗਾਇਆ, ਇੱਕ ਰਾਤ ਇਸ ਸਥਾਨ 'ਤੇ ਬਤੀਤ ਕੀਤੀ ਔਰ ਅਗਲੇ ਦਿਨ ਇੱਥੋਂ ਕੂਚ ਕਰਦੇ ਹਨ, ਅੱਗੇ ਨੂੰ ਚਾਲੇ ਪਾਉਂਦੇ ਹਨ। ਜਾਣ ਦੇ ਸਮੇਂ ਸਤਿਗੁਰੂ ਮਹਾਰਾਜ ਜੀਆਂ ਦੇ ਜਿਸ ਸਥਾਨ 'ਤੇ ਜਿੱਥੇ ਘੋੜੇ ਬੰਨੇ ਸਨ ਨਾ, ਉੱਥੇ 3 ਕਿੱਲੇ ਜੋ ਗੁਰੂ ਮਹਾਰਾਜ ਜੀਆਂ ਦੇ ਘੋੜੇ ਬੰਨੇ ਸਨ, ਜਿਨ੍ਹਾਂ ਦੇ ਨਾਲ ਉਹ 3 ਕਿੱਲੇ ਉਹ ਗੁਰਸਿੱਖ ਯੋਧੇ ਸੂਰਮੇ ਉਸੇ ਤਰ੍ਹਾਂ ਧਰਤੀ ਦੇ ਵਿੱਚ ਗੱਡੇ ਹੀ ਛੱਡ ਦਿੰਦੇ ਹਨ, ਆਪ ਚਲੇ ਜਾਂਦੇ ਹਨ। ਬਾਅਦ ਦੇ ਵਿੱਚ ਇਹ ਸਤਿਗੁਰੂ ਮਹਾਰਾਜ ਜੀਆਂ ਦੇ ਇੱਥੇ ਆਉਣ ਦੀ ਨਿਸ਼ਾਨੀ ਇਹ 3 ਕਿੱਲੇ ਗੱਡੇ ਰਹੇ ਔਰ ਥੋੜ੍ਹੇ ਸਮੇਂ ਬਾਅਦ ਇਹ ਕਿੱਲੇ ਹਰੇ ਹੋ ਜਾਂਦੇ ਹਨ। ਜੰਡ ਦੀ ਦਰਖਤ ਦੇ ਇਹ ਕਿੱਲੇ ਸਨ। ਤਾਂ ਇਹ 3 ਕਿੱਲੇ ਹਰੇ ਹੋ ਜਾਂਦੇ ਹਨ। ਤਿੰਨਾਂ ਦੇ ਵਿੱਚੋਂ ਜੰਡ ਦੇ ਦਰਖਤ ਫੁੱਟ ਪੈਂਦੇ ਹਨ ਔਰ ਸਮੇਂ ਦੇ ਅਨੁਸਾਰ ਵੱਡੇ ਭਾਰੀ ਇਹ ਦਰਖਤ ਬਣ ਜਾਂਦੇ ਹਨ। ਤਿੰਨੇ ਹੀ ਜੰਡ ਦੇ ਦਰਖਤ ਉੱਥੇ ਗੁਰੂ ਮਹਾਰਾਜ ਜੀਆਂ ਦੇ ਆਉਣ ਦੀ ਨਿਸ਼ਾਨੀ ਔਰ ਇਹ ਇਸੇ ਤਰ੍ਹਾਂ ਸਿੱਖ ਸੰਗਤਾਂ ਦਰਸ਼ਨ ਕਰਦੀਆਂ ਹਨ। ਗੁਰੂ ਮਹਾਰਾਜ ਅੱਗੇ ਨੂੰ ਤਲਵੰਡੀ ਨਗਰ, ਸਾਬੋ ਕੀ ਤਲਵੰਡੀ, ਇੱਧਰ ਨੂੰ ਜਾ ਰਹੇ ਹਨ। ਤਲਵੰਡੀ ਦੇ ਵਿੱਚ ਰਹਿਣ ਵਾਲਾ ਭਾਈ ਡੱਲਾ ਜੋ ਇੱਥੋਂ ਦਾ ਸਰਦਾਰ ਸੀ, ਜੋ 84 ਪਿੰਡਾਂ ਦੀ ਮਾਲਕੀ ਇਸ ਦੇ ਪਾਸ ਸੀ। ਤਾਂ ਇਹ ਭਾਈ ਡੱਲੇ ਨੂੰ ਪਤਾ ਚੱਲਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਧਰ ਤਲਵੰਡੀ ਨਗਰ ਦੇ ਵੱਲ ਆ ਰਹੇ ਹਨ। ਤਾਂ ਇਸ ਨੇ ਆਪਣੇ ਇਲਾਕੇ ਦੇ ਵਿੱਚੋਂ ਔਰ ਆਪਣੇ ਨਗਰ ਦੇ ਵਿੱਚੋਂ ਬਹੁਤ ਸਾਰੇ ਆਪਣੇ ਭਾਈਚਾਰੇ ਨੂੰ ਇਕੱਠਾ ਕੀਤਾ। ਘਰ ਘਰ ਦੇ ਵਿੱਚ ਬੰਦਾ ਭੇਜ ਕੇ, ਇੱਕ ਆਪਣਾ ਆਦਮੀ ਭੇਜ ਕੇ ਸਭਨਾਂ ਨੂੰ ਬੁਲਾਉਣਾ ਕੀਤਾ। ਤਕਰੀਬਨ 400 ਦੀ ਗਿਣਤੀ ਦੇ ਵਿੱਚ ਇਸ ਦੇ ਨਾਲ ਦੇ ਹੋਰ ਸਾਥੀ ਜੋ ਸ਼ਸਤਰ ਵਸਤਰ ਪਹਿਨ ਕੇ ਤਿਆਰ ਹੋ ਕੇ ਆਏ। ਭਾਈ ਡੱਲਾ ਕਹਿਣ ਲੱਗਿਆ, ਸਤਿਗੁਰੂ ਇੱਧਰ ਨੂੰ ਆ ਰਹੇ ਹਨ, ਆਪਾਂ ਸਤਿਗੁਰਾਂ ਦੇ ਸਤਿਕਾਰ ਦੇ ਵਾਸਤੇ ਅੱਗੇ ਹੋ ਕੇ ਮਿਲਣਾ ਹੈ, ਅੱਗੇ ਹੋ ਕੇ ਸਤਿਗੁਰਾਂ ਦਾ ਬੜਾ ਮਾਣ ਸਤਿਕਾਰ ਕਰਨਾ ਹੈ। ਸਭਨਾਂ ਦੇ ਮਨਾਂ ਦੇ ਵਿੱਚ ਬੜੀ ਖੁਸ਼ੀ ਪੈਦਾ ਹੋਈ ਕਿ ਸਤਿਗੁਰੂ ਇੱਧਰ ਨੂੰ ਆ ਰਹੇ ਹਨ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਸਭਨਾਂ ਦੇ ਮਨਾਂ ਦੇ ਵਿੱਚ ਬੜਾ ਚਾਅ ਹੈ ਅਰੇ ਇਕੱਠੇ ਹੋ ਕੇ ਸਤਿਗੁਰਾਂ ਦੇ ਸਤਿਕਾਰ ਦੇ ਵਾਸਤੇ ਅੱਗੇ ਜਾਂਦੇ ਹਨ। ਪੱਕੇ ਪਿੰਡ ਤੋਂ ਅੱਗੇ ਚੱਲ ਕੇ ਸਤਿਗੁਰੂ ਆ ਰਹੇ ਹਨ। ਤਾਂ ਇਹਨਾਂ ਨੇ ਦੂਰ ਤੋਂ ਹੀ ਦਰਸ਼ਨ ਕੀਤੇ। ਗੁਰੂ ਮਹਾਰਾਜ ਜੀ
ਬਹੁਤ ਸੁੰਦਰ ਬਲਵਾਨ ਘੋੜੇ ਦੇ ਉੱਪਰ ਸੁਭਾਏਮਾਨ ਹਨ। ਪਿੱਛੇ ਪਿੱਛੇ ਬੜੇ ਯੋਧੇ ਸੂਰਮੇ ਤੇ ਹੋਰ ਬੜੀਆਂ ਸਿੱਖ ਸੰਗਤਾਂ ਆ ਰਹੀਆਂ ਹਨ। ਭਾਰੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਆ ਰਹੀਆਂ ਹਨ। ਇਧਰਲੇ ਪਾਸੇ ਭਾਈ ਡੱਲਾ ਪੈਦਲ ਹੀ ਹੁਣ ਆਪਣੇ ਯੋਧੇ ਸੂਰਮਿਆਂ ਦੇ ਸਮੇਤ ਆ ਰਿਹਾ ਹੈ। ਇਹ ਸਭਨਾਂ ਦੇ ਅੱਗੇ ਅੱਗੇ ਆ ਰਿਹਾ ਹੈ। ਪਿੱਛੇ ਸਾਰੇ ਇਸ ਦੇ ਸਾਥੀ ਉਹ ਆ ਰਹੇ ਹਨ। ਅੱਗੇ ਸਤਿਗੁਰੂ ਮਹਾਰਾਜ ਜੀ ਆ ਰਹੇ ਹਨ। ਸਭਨਾਂ ਨੇ ਦੇਖ ਕੇ ਦੂਰੋਂ ਹੀ ਨਮਸਕਾਰਾਂ ਕੀਤੀਆਂ। ਸਤਿਗੁਰਾਂ ਦੇ ਪਾਸ ਪਹੁੰਚੇ ਤੇ ਸਤਿਗੁਰਾਂ ਦੇ ਚਰਨਾਂ ਤੇ ਸਭਨਾਂ ਨੇ ਨਮਸਕਾਰ ਕੀਤੀ, ਮੱਥਾ ਟੇਕਿਆ ਤਾਂ ਸਤਿਗੁਰੂ ਇਸੇ ਅਸਥਾਨ ਤੇ ਘੋੜੇ ਤੋਂ ਥੱਲੇ ਉਤਰ ਜਾਂਦੇ ਹਨ। ਭਾਵੇਂ ਅਜੇ ਤਲਵੰਡੀ ਨਗਰ ਕੁਝ ਕੁ ਦੂਰ ਹੈ। ਸਤਿਗੁਰੂ ਉਤਰੇ ਅਤੇ ਇੱਥੇ ਹੀ ਯੋਧੇ ਸੂਰਮਿਆਂ ਨੂੰ ਹੁਕਮ ਕਰਕੇ ਇੱਥੇ ਹੀ ਡੇਰਾ ਲਗਾ ਦਿੱਤਾ। ਤਾਂ ਭਾਈ ਡੱਲਾ ਜੋ ਆਪਣੇ ਨਾਲ ਦੇ ਸਾਥੀਆਂ ਨੂੰ ਲੈ ਕੇ ਆਇਆ ਸੀ, ਸਭ ਨੇ ਮਿਲ ਜੁਲ ਕੇ ਬੜੇ ਸੁੰਦਰ ਫਰਸ਼ ਵਿਛਾ ਦਿੱਤੇ, ਗਲੀਚੇ ਚਾਦਰਾਂ ਵਿਛਾ ਦਿੱਤੀਆਂ ਔਰ ਇੱਥੇ ਹੀ ਸਤਿਗੁਰੂ ਮਹਾਰਾਜ ਜੀਆਂ ਦਾ ਦਰਬਾਰ ਸਜਾ ਦਿੱਤਾ। ਤਾਂ ਹੁਣ ਗੁਰੂ ਮਹਾਰਾਜ ਜੀ ਬੈਠੇ ਹਨ। ਹੋਰ ਸਿੱਖ ਸੰਗਤਾਂ ਯੋਧੇ ਸੂਰਮੇ ਉਹ ਸਤਿਗੁਰਾਂ ਦੇ ਪਾਸ ਹਨ। ਤਾਂ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ ਕਿ ਅੱਗੇ ਤਲਵੰਡੀ ਨਗਰ ਦੇ ਵਿੱਚ, ਹਾਂ ਸਤਿਗੁਰੂ ਕਹਿਣ ਲੱਗੇ ਪਿੱਛੇ ਸਾਰਾ ਬਹੀਰ ਆ ਰਿਹਾ ਹੈ, ਸ਼ਾਮ ਤੱਕ ਪਹੁੰਚ ਜਾਵੇਗਾ ਔਰ ਫਿਰ ਇਸ ਤੋਂ ਬਾਅਦ ਅੱਗੇ ਤਲਵੰਡੀ ਨਗਰ ਦੇ ਪਾਸ ਜਾ ਕੇ ਡੇਰਾ ਕਰਾਂਗੇ। ਭਾਈ ਡੱਲਾ ਹੁਣ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੁਭਾਏਮਾਨ ਹਨ। ਇਸ ਦੇ ਨਾਲ ਦੇ ਜੋ ਸਾਥੀ ਸਨ, ਯੋਧੇ ਸੂਰਮੇ ਸਨ, ਇਹ ਵੀ ਨਾਲ ਹੀ ਭਾਈ ਡੱਲੇ ਦੇ ਪਾਸ ਸਤਿਗੁਰਾਂ ਦੇ ਪਾਸ ਚਰਨਾਂ 'ਚ ਬੈਠੇ ਹਨ। ਸਭਨਾਂ ਨੇ ਨਮਸਕਾਰਾਂ ਕਰਕੇ ਸਤਿਗੁਰਾਂ ਦੇ ਪਾਸ ਹੀ ਬੈਠਣਾ ਕੀਤਾ। ਤਾਂ ਸਤਿਗੁਰਾਂ ਨੇ ਇਹਨਾਂ ਸਭ ਦੀ ਸੁੱਖ ਸ਼ਾਂਤ ਪੁੱਛਣਾ ਕੀਤੀ। ਭਾਈ ਡੱਲੇ ਨੇ ਸਮੇਂ ਦੇ ਅਨੁਸਾਰ ਬਚਨ ਚਲਾਏ ਕਿ ਸੱਚੇ ਪਾਤਸ਼ਾਹ ਆਪ ਜੀਆਂ ਦੇ ਉੱਪਰ ਬੜਾ ਭਾਰੀ ਕਸ਼ਟ ਦਾ ਸਮਾਂ ਆਇਆ। ਤੇ ਭਾਵੇਂ ਸਤਿਗੁਰਾਂ ਦੇ ਉੱਪਰ ਕੋਈ ਕਸ਼ਟ ਦੁੱਖ ਦੀ ਗੱਲ ਨਹੀਂ, ਕਿਉਂਕਿ ਸਤਿਗੁਰੂ ਆਪ ਸਰਬੱਗ ਹਨ। ਸਤਿਗੁਰੂ ਕਰਨ ਕਾਰਨ ਸਮਰੱਥ ਹਨ। ਜੋ ਚਾਹੇ ਉਹੀ ਖੇਲ ਵਰਤਾ ਸਕਦੇ ਹਨ। ਇਹ ਸਤਿਗੁਰਾਂ ਦੀ ਆਪਣੀ ਮੌਜ ਸੀ ਔਰ ਸਤਿਗੁਰਾਂ ਦੀ ਆਪਣੀ ਮੌਜ ਸੀ। ਉਹਨਾਂ ਦੇ ਉੱਪਰ ਇਹ ਕੋਈ ਕਸ਼ਟ ਦਾ ਸਮਾਂ, ਦੁੱਖ ਦਾ ਸਮਾਂ ਨਹੀਂ ਸੀ। ਪਰ ਇਹ ਭਾਈ ਡੱਲਾ ਆਪਣੇ ਵੱਲੋਂ ਕਹਿਣ ਲੱਗਿਆ, ਸਤਿਗੁਰੂ ਆਪ ਜੀਆਂ ਦੇ ਉੱਪਰ ਬੜਾ ਕਸ਼ਟ ਦਾ ਸਮਾਂ ਆਇਆ। ਔਰ ਦੇਖੋ ਕਿਸ ਤਰ੍ਹਾਂ ਤੁਰਕਾਂ ਮੁਗਲਾਂ ਦੀਆਂ ਫੌਜਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਰੱਖਿਆ। ਬੜੀ ਭਾਰੀ ਗਿਣਤੀ ਦੇ ਵਿੱਚ ਪਹਾੜੀਆਂ ਅਤੇ ਤੁਰਕਾਂ ਦੀਆਂ ਫੌਜਾਂ ਨੇ ਘੇਰਾ ਪਾਇਆ। ਫਿਰ ਸ਼੍ਰੀ ਚਮਕੌਰ ਸਾਹਿਬ ਦਾ ਬੜਾ ਭਾਰੀ ਜੰਗ ਹੋਇਆ। ਤਾਂ ਸਤਿਗੁਰਾਂ ਦੇ ਨਾਲ ਇਸ ਤਰ੍ਹਾਂ ਦੇ ਬਚਨ ਬਿਲਾਸ ਹੋਏ। ਸਤਿਗੁਰੂ ਕਹਿਣ ਲੱਗੇ, ਭਾਈ ਡੱਲਾ ਉਹ ਪਰਮੇਸ਼ਵਰ ਦਾ ਭਾਣਾ ਸੀ, ਉਹ ਇਸੇ ਤਰ੍ਹਾਂ ਹੀ ਹੋ ਕੇ ਰਹਿਣਾ ਸੀ। ਉਹ ਜੋ ਬੀਤ ਗਈ ਹੈ ਸੋ ਬੀਤ ਗਈ ਹੈ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ, ਆਲਸ ਤੋਂ ਰਹਿਤ ਹੋ ਕੇ ਪ੍ਰੇਮ ਦੇ ਨਾਲ ਸਰਵਣ ਕਰੋ, ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਤਉ ਦਾਸ ਹਮਰਾਵਰ ਕੇਰੇ। ਜਦ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਇਹ ਬਚਨ ਕਹੇ ਕਿ ਭਾਈ ਡੱਲਾ ਕੋਈ ਗੱਲ ਨਹੀਂ ਹੈ, ਜੰਗਾਂ ਯੁੱਧਾਂ ਦੇ ਵਿੱਚ ਤੇ ਇਹ ਕੁਛ ਹੀ ਹੁੰਦਾ ਹੈ ਕਿ ਜੰਗਾਂ ਦੇ ਵਿੱਚ, ਯੁੱਧਾਂ ਦੇ ਵਿੱਚ ਤੇ ਕੇਵਲ ਦੋ ਹੀ ਗੱਲਾਂ ਹੁੰਦੀਆਂ ਹਨ, ਜਾਂ ਮਰ ਜਾਵੋ ਜਾਂ ਮਾਰ ਦੇਵੋ। ਮਾਰਨਾ ਅਤੇ ਮਰਨਾ ਦੋ ਹੀ ਗੱਲਾਂ ਹੁੰਦੀਆਂ ਹਨ। ਜੰਗਾਂ ਦੇ ਵਿੱਚ ਜੋ ਸ਼ਹੀਦ ਹੋ ਜਾਂਦੇ ਹਨ ਉਹਨਾਂ ਦਾ ਕੋਈ ਦੁੱਖ, ਕੋਈ ਅਫਸੋਸ ਨਹੀਂ ਕਰਨਾ ਬਣਦਾ। ਤੇ ਸਤਿਗੁਰੂ ਕਹਿਣ ਲੱਗੇ ਕਿ ਇਹ ਪਰਮੇਸ਼ਵਰ ਦਾ ਭਾਣਾ ਸੀ, ਜੋ ਬੀਤ ਗਈ ਹੈ ਸੋ ਬੀਤ ਗਈ ਹੈ। ਕਾਲਤ ਰਣ ਕਮਸਾਨ ਕਨੇਰੇ। ਭਾਈ ਡੱਲਾ ਫਿਰ ਬੇਨਤੀ ਕਰਦਾ, ਸੱਚੇ ਪਾਤਸ਼ਾਹ ਉਹ ਤੇ ਗੱਲ ਠੀਕ ਹੈ, ਪਰ ਅਸੀਂ ਆਪ ਜੀਆਂ ਦੇ ਸੇਵਾਦਾਰ ਹਾਂ, ਸਿੱਖ ਹਾਂ, ਔਰ ਆਪ ਜੀਆਂ ਨੇ ਸਾਨੂੰ ਕਿਰਪਾ ਕਰਕੇ ਯਾਦ ਕਰ ਲੈਣਾ ਸੀ ਐਸੇ ਸਮੇਂ ਦੇ ਵਿੱਚ। ਫਿਰ ਵੀ ਅਸੀਂ ਆਪ ਜੀਆਂ ਦੇ ਚਰਨਾਂ ਦੇ ਸੇਵਾਦਾਰ ਹਾਂ, ਆਪ ਜੀਆਂ ਦੇ ਚਰਨਾਂ ਦੇ ਸਿੱਖ ਹਾਂ। ਕਰਤ ਕਾਜ ਰਾਵਰ ਕੇ ਤਬ ਹੂੰ। ਜੇਕਰ ਆਪ ਜੀ ਕਿਰਪਾ ਕਰਕੇ ਉਸ ਟਾਈਮ ਉਸ ਸਮੇਂ ਮੈਨੂੰ ਚਿੱਠੀ ਭੇਜ ਦਿੰਦੇ, ਕੋਈ ਸੁਨੇਹਾ ਭੇਜ ਦਿੰਦੇ,
ਮੈਨੂੰ ਪਤਾ ਚੱਲ ਜਾਂਦਾ ਉਸ ਟਾਈਮ ਤਾਂ ਮੈਂ ਆਪਣੇ ਯੋਧੇ ਸੂਰਮਿਆਂ ਨੂੰ ਨਾਲ ਲੈ ਕੇ 200-300 ਦੀ ਗਿਣਤੀ ਦੇ ਵਿੱਚ ਨਾਲ ਲੈ ਕੇ ਆਪ ਜੀਆਂ ਦੇ ਪਾਸ ਪਹੁੰਚਦਾ। ਇਹ ਜੋ ਬੜਾ ਕਸ਼ਟ ਦਾ ਸਮਾਂ ਆਪ ਦੇ ਪਾਸ ਆਇਆ ਤੇ ਇਹ ਸਮਾਂ ਮੈਂ ਆਉਣ ਹੀ ਨਹੀਂ ਦੇਣਾ ਸੀ। लेकर मैं पहुँचत पट सब हूँ। ਜਿੰਨੇ ਵੀ ਯੋਧੇ ਸੂਰਮੇ ਮੇਰੇ ਪਾਸ ਸੀ ਸਾਰੇ ਦੇ ਸਾਰੇ ਲੈ ਕੇ ਮੈਂ ਬੜੀ ਛੇਤੀ ਆਪ ਜੀਆਂ ਦੇ ਪਾਸ ਪਹੁੰਚ ਜਾਣਾ ਸੀ। लिखत हुक्मनामा जे पट हो। ਸੱਚੇ ਪਾਤਸ਼ਾਹ ਜੇਕਰ ਮੈਨੂੰ ਹੁਕਮਨਾਮਾ ਲਿਖ ਕੇ ਮੇਰੇ ਪਾਸ ਹੁਕਮਨਾਮਾ ਲਿਖ ਕੇ ਭੇਜ ਦਿੰਦੇ, बिना विलंब मिलत में तट हो। ਬਿਨਾਂ ਡੇਰੀ ਤੋਂ ਮੈਂ ਆਪ ਜੀਆਂ ਦੇ ਪਾਸ ਪਹੁੰਚ ਜਾਣਾ ਸੀ, ਆਪ ਨੂੰ ਮਿਲਣਾ ਸੀ। सब विद कर सहाय ले आवत। ਅਰ ਸੱਚੇ ਪਾਤਸ਼ਾਹ ਜੇਕਰ ਮੈਨੂੰ ਹੁਕਮ ਕੀਤਾ ਹੁੰਦਾ ਮੈਂ ਆਪਣੇ ਯੋਧੇ ਸੂਰਮਿਆਂ ਨੂੰ ਲੈ ਕੇ ਆਪ ਜੀਆਂ ਦੇ ਪਾਸ ਪਹੁੰਚ ਜਾਂਦਾ ਔਰ ਹਰ ਤਰ੍ਹਾਂ ਕਰਕੇ ਆਪ ਜੀਆਂ ਨੂੰ ਸੁਖਾਲੇ ਰੱਖਦਾ। ਕੋਈ ਵੀ ਦੁੱਖ ਦਾ ਸਮਾਂ ਕਸ਼ਟ ਦਾ ਸਮਾਂ ਫਿਰ ਤੇ ਆਉਣਾ ਹੀ ਨਹੀਂ ਸੀ। ਜੋ ਇਹ ਪਹਾੜੀਆਂ ਨੇ ਤੁਰਕਾਂ ਨੇ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ, ਫਿਰ ਸ਼੍ਰੀ ਚਮਕੌਰ ਸਾਹਿਬ ਦੇ ਜੰਗ ਦੇ ਵਿੱਚ ਉੱਥੇ ਲੱਖਾਂ ਦੀ ਫੌਜ ਪਹਿਲਾਂ ਹੀ ਸੀ, ਫਿਰ 10 ਲੱਖ ਫੌਜ ਦਿੱਲੀ ਤੋਂ ਅੱਗੇ ਤੋਂ ਆ ਜਾਂਦੀ ਹੈ। ਜੋ ਖਵਾਜਾ ਮਰਦੂਦ ਦਿੱਲੀ ਦਾ ਸੂਬਾ 10 ਲੱਖ ਫੌਜ ਹੋਰ ਬੁਲਵਾ ਲੈਂਦਾ ਹੈ। ਭਾਵੇਂ ਇੰਨੀ ਸੈਨਾ ਇਹ ਆਪ ਜੀਆਂ ਦੇ ਯੋਧੇ ਸੂਰਮੇ 40 ਕੁ ਦੀ ਗਿਣਤੀ ਦੇ ਵਿੱਚ ਸੀ, ਉਹਨਾਂ ਦਾ ਮੁਕਾਬਲਾ ਨੇ ਧੜਕ ਹੋ ਕੇ ਕਰ ਰਹੇ ਸੀ, ਬੜੀ ਦਲੇਰੀ ਦੇ ਨਾਲ ਕਰ ਰਹੇ ਸੀ। ਪਰ ਸੱਚੇ ਪਾਤਸ਼ਾਹ ਜੇਕਰ ਮੈਨੂੰ ਹੁਕਮ ਕੀਤਾ ਹੁੰਦਾ ਤਾਂ ਆਪ ਜੀਆਂ ਦੇ ਪਾਸ ਮੈਂ ਬੜੀ ਛੇਤੀ ਪਹੁੰਚਦਾ। ਇਹੋ ਜਿਹਾ ਸਮਾਂ ਕਦੇ ਆਉਂਦਾ ਹੀ ਨਾ। इते बिगन क्यों होबे पावत। ਔਰ ਇੰਨੇ ਦੁੱਖ ਕਸ਼ਟ ਆਪ ਨੂੰ ਝੱਲਣੇ ਪਏ, ਇਹ ਤੇ ਕਦੇ ਆਉਣੇ ਹੀ ਨਹੀਂ ਸਨ। सुन श्री प्रभु पुन ते समझायो। ਫਿਰ ਸਤਿਗੁਰੂ ਮਹਾਰਾਜ ਭਾਈ ਡੱਲੇ ਨੂੰ ਬਾਰ-ਬਾਰ ਸਮਝਾਉਂਦੇ ਹਨ। समा बितयो कब हाथ ना आयो। ਭਾਈ ਉਹ ਤੇ ਸਮਾਂ ਹੁਣ ਬਤੀਤ ਹੋ ਗਿਆ ਹੈ, ਜੋ ਸਮਾਂ ਬੀਤ ਗਿਆ ਹੈ ਉਹ ਬੀਤ ਗਿਆ ਹੈ। ਬੀਤਿਆ ਹੋਇਆ ਸਮਾਂ ਫਿਰ ਦੁਬਾਰਾ ਹੱਥ ਨਹੀਂ ਆਉਂਦਾ। नहीं उपाय बने अब ताहूँ। ਇਹ ਕਹਿੰਦਾ ਸੀ ਬਾਰ-ਬਾਰ ਸੱਚੇ ਪਾਤਸ਼ਾਹ। ਆਪ ਜੀਆਂ ਦੇ ਚਾਰੇ ਸਾਹਿਬਜ਼ਾਦੇ ਉਹ ਵੀ ਸ਼ਹੀਦ ਹੋ ਗਏ ਹਨ। 2 ਚਮਕੌਰ ਸਾਹਿਬ ਦੇ ਜੰਗ ਦੇ ਵਿੱਚ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਸ਼ਹੀਦ ਹੋ ਗਏ। 2 ਸਰਹੰਦ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਇੱਥੇ ਜ਼ਾਲਮਾਂ ਦੁਸ਼ਟਾਂ ਨੇ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ। ਤਾਂ ਬਾਰ-ਬਾਰ ਇਹ ਗੱਲ ਕਹਿਣ ਤੇ ਸਤਿਗੁਰੂ ਕਹਿੰਦੇ ਭਾਈ ਜੋ ਹੁਣ ਬੀਤ ਗਈ ਆ ਉਹ ਬੀਤ ਗਈ ਹੈ। ਇਹ ਸਮਾਂ ਤੇ ਇਸੇ ਤਰ੍ਹਾਂ ਹੀ ਹੋਣਾ ਸੀ। होनहार सिर पर सब काहूँ। ਗੁਰੂ ਮਹਾਰਾਜ ਕਹਿਣ ਲੱਗੇ ਵੀ ਹੋਣਹਾਰ ਸਭਨਾਂ ਦੇ ਸਿਰ ਦੇ ਉੱਪਰ ਮੰਡਰਾਉਂਦੀ ਹੈ। इतो कहो पर तो ना मोनंग। ਸਤਿਗੁਰੂ ਮਹਾਰਾਜ ਜੀਆਂ ਨੇ ਕਈ ਦਫਾ ਇਸ ਤਰ੍ਹਾਂ ਦੇ ਬਚਨ ਕਹਿ ਦਿੱਤੇ, ਪਰ ਭਾਈ ਡੱਲਾ ਫਿਰ ਵੀ ਚੁੱਪ ਨਹੀਂ ਕਰਦਾ, ਫਿਰ ਵੀ ਵਾਰ-ਵਾਰ ਇਹੀ ਪ੍ਰਸੰਗ ਦੁਹਰਾ ਰਿਹਾ ਹੈ। तजे प्रसंग सुनावे तो नंग। ਹੁਣ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਪ੍ਰਸੰਗ ਨੂੰ ਛੱਡਦੇ ਹਨ, ਇਸ ਗੱਲ ਨੂੰ ਛੱਡ ਦਿੰਦੇ ਹਨ, ਹੋਰ ਬਚਨ ਤੋਰਦੇ ਹਨ। ਪਰ ਭਾਈ ਡੱਲਾ ਇਹ ਗੱਲ ਛੱਡ ਨਹੀਂ ਰਿਹਾ, ਬਾਰ-ਬਾਰ ਇਹੀ ਗੱਲ ਨੂੰ ਦੁਹਰਾ ਰਿਹਾ ਹੈ ਕਿ ਸੱਚੇ ਪਾਤਸ਼ਾਹ ਮੈਨੂੰ ਯਾਦ ਕਰਦੇ ਤੇ ਇਹ ਸਮਾਂ ਨਹੀਂ ਆਉਣਾ ਸੀ। अपनो आपा करे जनावन। ਭਾਈ ਡੱਲੇ ਦੇ ਮਨ ਦਾ ਜੋ ਮਾਣ ਸੀ ਨਾ, ਅਹੰਕਾਰ ਸੀ, ਇਹ ਸਤਿਗੁਰੂ ਮਹਾਰਾਜ ਜਾਣ ਲੈਂਦੇ ਹਨ ਕਿ ਆਪਣੀਆਂ ਫੌਜਾਂ ਦਾ ਮਾਣ ਹੈ ਇਸ ਦੇ ਮਨ ਦੇ ਵਿੱਚ। ਭਾਵੇਂ ਥੋੜਾ ਮਾਣ ਹੈ ਪਰ ਜੋ ਮਾਣ ਹੰਕਾਰ ਹੈ, ਮਾਣ ਤੇ ਲੇਸ਼ ਮਾਤਰ ਵੀ ਹੋਵੇ ਹਿਰਦੇ ਦੇ ਵਿੱਚ, ਉਹ ਵੀ ਇਸ ਦੇ ਵਿਨਾਸ਼ ਦਾ ਕਾਰਨ ਹੁੰਦਾ ਹੈ। ਮਾਣ ਜੇਕਰ ਗੁਰਸਿੱਖ ਦੇ ਮਨ ਵਿੱਚ ਹੈ, ਭਾਵੇਂ ਲੇਸ਼ ਮਾਤਰ ਵੀ ਹੈ, ਉਹ ਵੀ ਇਸ ਦੇ ਵਿਨਾਸ਼ ਦਾ ਕਾਰਨ ਹੁੰਦਾ ਹੈ। ਪਰ ਭਾਈ ਡੱਲੇ ਦੇ ਮਨ ਦੇ ਵਿੱਚ ਕੁਝ ਕੁ ਬਹੁਤ ਮਾਣ ਅਹੰਕਾਰ ਹੈ ਕਿ ਮੈਂ ਜੇਕਰ ਪਹੁੰਚ ਜਾਂਦਾ ਇਹ ਭਾਣੇ ਨਾ ਵਾਪਰਦੇ। ਕਿਉਂਕਿ ਸਤਿਗੁਰਾਂ ਦੇ ਪਾਸ ਜੋ ਯੋਧੇ ਸੂਰਮੇ ਸਨ ਨਾ, ਇਹਨਾਂ ਦਾ ਇਸ ਨੂੰ ਪਤਾ ਨਹੀਂ ਸੀ ਕੈਸੇ ਮਰਜੀਵੜੇ ਸਿੱਖ ਸਤਿਗੁਰਾਂ ਦੇ ਨਾਲ ਸਨ, ਜੋ ਲੱਖਾਂ ਦਾ ਮੁਕਾਬਲਾ ਕਰਨ ਵਾਲੇ ਸਨ। ਇਹ ਭਾਈ ਡੱਲੇ ਦੇ ਯੋਧੇ ਸੂਰਮੇ ਉੱਥੇ ਟਿਕ ਨਹੀਂ ਸਕਦੇ ਸਨ ਜਿੱਥੇ ਉਹ 40 ਸਿੰਘ
ਲੱਖਾਂ ਦੀ ਫੌਜ ਦੇ ਅੱਗੇ ਡਟ ਕੇ ਮੁਕਾਬਲਾ ਕਰਦੇ ਰਹੇ। ਹੁਣ ਸਤਿਗੁਰੂ ਤੇ ਸਭ ਕੁਝ ਜਾਣੀ ਜਾਣ ਹਨ ਕਿ ਭਾਈ ਡੱਲਾ ਆਪਣੇ ਮਾਣ ਦੇ ਵਿੱਚ ਆਇਆ ਹੋਇਆ ਇਸ ਤਰ੍ਹਾਂ ਦੇ ਬਚਨ ਬਾਰ-ਬਾਰ ਕਰ ਰਿਹਾ ਹੈ। ਫਿਰ ਸਤਿਗੁਰਾਂ ਇਹ ਦੇਖਣਾ ਕੀਤਾ ਕਿ ਸਿੱਖ ਦੇ ਮਨ ਦੇ ਵਿੱਚ ਜੇਕਰ ਲੇਸ਼ ਮਾਤਰ ਵੀ ਮਾਣ ਹੰਕਾਰ ਰਹਿ ਜਾਵੇ ਉਹ ਇਸ ਦੇ ਵਿਨਾਸ਼ ਦਾ ਕਾਰਨ ਹੈ। ਭਾਈ ਡੱਲੇ ਦਾ ਹੁਣ ਮਨ ਦਾ ਹੰਕਾਰ ਹੈ, ਜੋ ਮਾਣ ਹੈ, ਇਹ ਵੀ ਦੂਰ ਕਰ ਹੀ ਦੇਣਾ ਚਾਹੀਦਾ ਹੈ। ਲਰੇ ਮਰੇ ਬਿਨ ਵੱਡਤਾ ਪਾਵਨ। ਸਤਿਗੁਰੂ ਵਿਚਾਰਦੇ ਹਨ ਕਿ ਲੜੇ ਮਰੇ ਤੋਂ ਬਿਨਾ ਭਾਈ ਡੱਲਾ ਹੁਣ ਆਪਣੀ ਵਡਿਆਈ ਪਾਉਣੀ ਚਾਹੁੰਦਾ ਹੈ। ਸਭਾ ਹਜ਼ਾਰਾਂ ਸੁਪਟਨ ਕੇਰੀ। ਜਿੱਥੇ ਹਜ਼ਾਰਾਂ ਹੀ ਯੋਧੇ ਸੂਰਮਿਆਂ ਦੀ ਸਭਾ ਲੱਗੀ ਹੋਈ ਸੀ, ਸਤਿਗੁਰਾਂ ਦੇ ਦਰਬਾਰ ਦੇ ਵਿੱਚ ਬੇਅੰਤ ਸਿੱਖ ਸੰਗਤਾਂ ਸੁਭਾਏਮਾਨ ਸਨ। ਬੈਠੇ ਸਨਦ ਬਦ ਤਿਸ ਬੇਰੀ। ਤਾਂ ਸਾਰੇ ਦੇ ਸਾਰੇ ਯੋਧੇ ਸੂਰਮੇ ਹੁਣ ਯੁੱਧ ਵਾਲੇ ਸ਼ਸਤਰ ਵਸਤਰ ਪਹਿਨ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬਿਰਾਜਮਾਨ ਸਨ। ਲਵਪੁਰ ਕੇ ਕਾਰੀਗਰ ਆਏ। ਸਤਿਗੁਰੂ ਮਹਾਰਾਜ ਜੀਆਂ ਨੇ ਇਹ ਵਿਚਾਰਿਆ ਕਿ ਭਾਈ ਡੱਲੇ ਦੇ ਮਨ ਦਾ ਜੋ ਮਾਨ ਹੈ ਇਹ ਵੀ ਦੂਰ ਕਰ ਦੇਣਾ ਚਾਹੀਦਾ ਹੈ। ਤਾਂ ਭਾਈ ਡੱਲੇ ਦੇ ਮਨ ਦਾ ਮਾਨ ਦੂਰ ਕਰਨ ਦੇ ਵਾਸਤੇ ਸਤਿਗੁਰਾਂ ਵਿਚਾਰ ਕੀਤੀ। ਤਾਂ ਇੰਨੇ ਸਮੇਂ ਦੇ ਵਿੱਚ ਨਾਲ ਦੀ ਨਾਲ ਹੀ ਇੱਕ ਲਾਹੌਰ ਤੋਂ ਕਾਰੀਗਰ ਆਇਆ। ਉਸਨੇ ਬਹੁਤ ਸਾਰੇ ਸ਼ਸਤਰ ਸਤਿਗੁਰਾਂ ਦੇ ਪਾਸ ਭੇਟਾ ਕੀਤੇ। ਬਹੁ ਮੋਲੀ ਵਰ ਤੁਪਕਨ ਲਿਆਏ। ਇਹਨਾਂ ਸ਼ਸਤਰਾਂ ਦੇ ਵਿੱਚ ਇੱਕ ਬੜੀ ਸੁੰਦਰ ਅਤੇ ਬੜੀ ਮਜ਼ਬੂਤ ਬੜੀ ਸੋਹਣੀ ਬੰਦੂਕ ਇਹ ਲੈ ਕੇ ਹਾਜ਼ਰ ਹੋਇਆ। ਆਨ ਹਜੂਰ ਪ੍ਰਭੂ ਕੇ ਧਰੀ। ਜਦ ਇਸਨੇ ਇਹ ਸੁੰਦਰ ਬੰਦੂਕ ਸਤਿਗੁਰਾਂ ਦੇ ਪਾਸ ਆ ਕੇ ਚਰਨਾਂ ਦੇ ਵਿੱਚ ਰੱਖ ਕੇ ਮੱਥਾ ਟੇਕ ਦਿੱਤਾ। ਕਰ ਪੰਕਜ ਮੈਂ ਗੇਬੇ ਕਰੀ। ਤਾਂ ਸਤਿਗੁਰਾਂ ਨੂੰ ਇਹ ਬੰਦੂਕ ਭੇਟਾ ਕੀਤੀ। ਲਾਹੌਰ ਤੋਂ ਆਏ ਸਿੱਖ ਕਾਰੀਗਰ ਨੇ ਸਤਿਗੁਰਾਂ ਉਸ ਬੰਦੂਕ ਨੂੰ ਆਪਣੇ ਹੱਥਾਂ ਦੇ ਵਿੱਚ ਪਕੜ ਕੇ ਦੇਖਣਾ ਕੀਤਾ। ਅੰਤਰ ਵਹਿਰ ਹੇਰ ਵਿਦਨਾਨਾ। ਚੰਗੀ ਤਰ੍ਹਾਂ ਦੇ ਨਾਲ ਇਧਰੋਂ ਉਧਰੋਂ ਇਸ ਬੰਦੂਕ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਹੁਣ ਦੇਖ ਲਿਆ ਹੈ। 10 ਤਰਵਾਂ ਕਰ ਤਾਕ ਨਿਸ਼ਾਨਾ। ਅਰ ਨਿਸ਼ਾਨੇ ਨੂੰ ਤੱਕ ਕੇ ਸਿੱਧੀ ਕਰਕੇ ਸਤਿਗੁਰਾਂ ਇਹ ਵੀ ਦੇਖਣਾ ਕੀਤਾ। ਸਭਾ ਵਿਖੇ ਡੱਲੇ ਕੋ ਪਰਖਨ। ਹੁਣ ਸਤਿਗੁਰੂ ਮਹਾਰਾਜ ਜੀ ਭਾਈ ਡੱਲੇ ਨੂੰ ਇਸ ਸਾਰੀ ਸਭਾ ਦੇ ਵਿੱਚ ਪਰਖਣਾ ਚਾਹੁੰਦੇ ਹਨ। ਇਹ ਪਰਖ ਕਰਨਾ ਚਾਹੁੰਦੇ ਹਨ ਕਿ ਹੁਣ ਜੋ ਜੋ ਬਚਨ ਭਾਈ ਡੱਲਾ ਬੜੇ ਮਾਣ ਦੇ ਵਿੱਚ ਆ ਕੇ ਕਰ ਰਿਹਾ ਸੀ ਨਾ, ਇਹਨਾਂ ਬਚਨਾਂ ਦੇ ਉੱਪਰ ਹੁਣ ਪੂਰਾ ਵੀ ਉਤਰਦਾ ਹੈ ਜਾਂ ਨਹੀਂ। ਸਭਨ ਸੁਨਾਏ ਕਹਿਓ ਰਿਪ ਤਰਖਨ। ਤਾਂ ਦੁਸ਼ਮਣਾਂ ਦਾ ਨਾਸ਼ ਕਰਨ ਵਾਲੇ ਜਾਣੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਸਭ ਸਿੱਖ ਸੰਗਤਾਂ ਦੇ ਵਿੱਚ ਸੁਣਾ ਕੇ ਭਾਈ ਡੱਲੇ ਨੂੰ ਕਹਿਣਾ ਕੀਤਾ। ਓ ਡੱਲਾ ਦੀਜੇ ਕਰ ਦੋਏ। ਸਤਿਗੁਰੂ ਕਹਿਣ ਲੱਗੇ ਹੈ ਭਾਈ ਡੱਲੇ ਜੋ ਤੇਰੇ ਪਾਸ ਇਹ ਯੋਧੇ ਸੂਰਮੇ ਰੱਖੇ ਹਨ ਨਾ, ਇਹਨਾਂ ਦੇ ਪਾਸੋਂ 2 ਯੋਧੇ ਸੂਰਮੇ ਸਾਨੂੰ ਇਸ ਬੰਦੂਕ ਦਾ ਨਿਸ਼ਾਨਾ ਪਰਖਣ ਦੇ ਵਾਸਤੇ ਦੇ ਦੇ। ਹਤੇ ਤੁਰੰਗ ਪਰਖਨ ਪਨ ਹੋਏ। ਔਰ ਇਹ ਜੋ ਤੁਫੰਗ ਜੋ ਬੰਦੂਕ ਇਸ ਗੁਰਸਿੱਖ ਨੇ ਭੇਟਾ ਕੀਤੀ ਹੈ ਨਾ, ਔਰ ਇਸ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਕਿੰਨੀ ਕਿਸ ਦੀ ਮਾਰ ਹੈ। ਪਰਖ ਕੀਤੇ ਤੋਂ ਹੀ ਸ਼ਸਤਰ ਦਾ ਪਤਾ ਚੱਲਦਾ ਹੈ ਨਾ। ਤੂੰ ਆਪਣੇ 2 ਯੋਧੇ ਸੂਰਮੇ ਸਾਨੂੰ ਦੇ, ਅਸੀਂ ਇਹ ਬੰਦੂਕ ਦਾ ਨਿਸ਼ਾਨਾ ਲਾ ਕੇ ਪਰਖ ਕਰਨੀ ਚਾਹੁੰਦੇ ਹਾਂ। ਕਿਤਕ ਤੋੜ ਕਰ ਘਾਵਨ ਕਾਲੇ। ਤਾਂ ਸਤਿਗੁਰੂ ਕਹਿਣ ਲੱਗੇ ਕਿ ਇਹ ਦੇਖੀਏ ਕਿ ਇਹ ਬੰਦੂਕ ਕਿੰਨੀ ਕੁ ਮਾਰ ਕਰਦੀ ਹੈ। ਜੇਕਰ ਬੈਰੀ ਦੇ ਉੱਪਰ ਦੁਸ਼ਮਣ ਦੇ ਉੱਪਰ ਚਲਾਈ ਜਾਵੇ ਔਰ ਉਸ ਦਾ ਨਾਸ਼ ਕਰਦੀ ਹੈ ਜਾਂ ਨਹੀਂ ਕਰਦੀ। ਮਰੇ ਕੇ ਨਹੀਂ ਸੁਪਟ ਤਤਕਾਲੇ। ਇਸ ਬੰਦੂਕ ਦੀ ਗੋਲੀ ਲੱਗਣ ਦੇ ਨਾਲ ਅੱਗੇ ਬਲਵਾਨ ਯੋਧਾ ਸੂਰਮਾ ਖੜਾ ਹੋਵੇ ਔਰ ਉਹ ਆਪਣੇ ਪ੍ਰਾਣ ਤਿਆਗ ਦੇਵੇਗਾ ਜਾਂ ਨਹੀਂ। ਸੁਨ ਗੁਰਬਾਕ ਸਕਲ ਬਿਸਮਾਏ। ਸਤਿਗੁਰਾਂ ਜਦ ਇਹ ਬਚਨ ਕੀਤੇ ਕਿ 2 ਯੋਧੇ ਸੂਰਮੇ ਦੇ ਅਸੀਂ ਗੋਲੀ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਪਰਖਣਾ ਚਾਹੁੰਦੇ ਹਾਂ, ਤੇ ਸਾਰੇ ਦੇ ਸਾਰੇ ਜੋ ਸਤਿਗੁਰੂ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਸੁਭਾਏਮਾਨ ਸਨ ਨਾ, ਸਾਰੇ ਦੇ ਸਾਰੇ ਬੜੇ ਹੈਰਾਨ ਹੋ ਜਾਂਦੇ ਹਨ ਕਿ ਸਤਿਗੁਰੂ ਕਿਸੇ ਯੋਧੇ ਸੂਰਮੇ ਦੇ ਉੱਪਰ ਬੰਦੂਕ ਦਾ ਨਿਸ਼ਾਨਾ ਪਰਖਣਾ ਚਾਹੁੰਦੇ ਹਨ।
ਤਾਂ ਸਭ ਦੇ ਸਭ ਬੜੇ ਹੈਰਾਨ ਹੋ ਕੇ ਇੱਧਰ ਉੱਧਰ ਦੇਖਣ ਲੱਗ ਜਾਂਦੇ ਹਨ। ਇਹ ਕਿਆ ਕਹਿਓ ਨਰਨ ਕੋ ਕਾਏ। ਭਾਈ ਡੱਲਾ ਵੀ ਸੋਚਦਾ ਹੈ ਕਿ ਸਤਿਗੁਰਾਂ ਇਹ ਕੀ ਵਚਨ ਕਰ ਦਿੱਤੇ ਕਿ ਕਿਸੇ ਯੋਧੇ ਦੇ ਉੱਪਰ ਬੰਦੂਕ ਦਾ ਨਿਸ਼ਾਨਾ ਪਰਖਣਾ। ਇਹ ਸੁਣ ਕੇ ਸਤਿਗੁਰੂ ਮਹਾਰਾਜ ਜੀਆਂ ਤੋਂ ਭਾਈ ਡੱਲਾ ਵੀ ਬੜਾ ਹੈਰਾਨ ਹੋ ਜਾਂਦਾ ਹੈ। ਜੇ ਡੱਲੇ ਸੰਗ ਪ੍ਰਾਤ ਬਟੋਰੇ। ਔਰ ਜਿੰਨੇ ਡੱਲੇ ਦੇ ਨਾਲ ਇਸ ਦੇ ਭਰਾ ਜ਼ਿਮੀਂਦਾਰ ਭਰਾ ਆਏ ਸਨ ਨਾ, ਸਾਰੇ ਦੇ ਸਾਰੇ ਹੁਣ ਸਤਿਗੁਰਾਂ ਦੇ ਪਾਸ ਸੁਭਾਇਮਾਨ ਸਨ। ਚਲਿਓ ਚਹਿਤ ਨਿਜ ਧਾਮਨ ਓਰੇ। ਔਰ ਇਹਨਾਂ ਨੇ ਸੁਣੀ ਤੇ ਇਹ ਵੀ ਮਨ ਦੇ ਵਿੱਚ ਬੜੇ ਡਰ ਜਾਂਦੇ ਹਨ ਕਿ ਕਿਤੇ ਭਾਈ ਡੱਲਾ ਸਾਨੂੰ ਨਾ ਕਹਿ ਦੇਵੇ ਕਿ ਤੁਸੀਂ ਅੱਗੇ ਹੋ ਕੇ ਸਤਿਗੁਰਾਂ ਦੇ ਪਾਸ ਪਹੁੰਚੋ। ਸਾਰੇ ਦੇ ਸਾਰੇ ਬੈਠੇ ਹੀ ਆਪਣੇ ਮਨ ਦੇ ਵਿੱਚ ਬੜੇ ਘਬਰਾ ਜਾਂਦੇ ਹਨ। ਪਏ ਪੀਰ ਤੀਰਜ ਤਜ ਵੀਰਾ। ਜਦ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਭਾਈ ਡੱਲੇ ਦੇ ਸਾਰੇ ਯੋਧੇ ਸੂਰਮੇ ਆਪਣੇ ਮਨ ਦਾ ਧੀਰਜ ਛੱਡ ਦਿੰਦੇ ਹਨ। ਬੈਠਿਓ ਜਾਏ ਨਹੀਂ ਗੁਰ ਤੀਰਾ। ਇਹਨਾਂ ਦੇ ਮਨ ਦੇ ਵਿੱਚ ਕੋਈ ਧੀਰਜ ਹੀ ਨਹੀਂ ਰਹਿ ਗਿਆ। ਹੁਣ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹਨਾਂ ਨੂੰ ਤੇ ਬੈਠਣਾ ਵੀ ਬੜਾ ਔਖਾ ਹੋ ਜਾਂਦਾ ਹੈ। ਸੁਨਤ ਹੋਤੇ ਜਿਮ ਗੁਰ ਕੀ ਚਾਲਾ। ਔਰ ਜਿਸ ਤਰ੍ਹਾਂ ਇਹ ਸੁਣਦੇ ਸਨ ਕਿ ਗੁਰੂ ਮਹਾਰਾਜ ਜੀ ਬੜੇ ਜੰਗਾਂ ਯੁੱਧਾਂ ਦੇ ਵਿੱਚ ਦੁਸ਼ਮਣਾਂ ਦਾ ਨਾਸ਼ ਕਰਦੇ ਆਏ ਹਨ, ਤੇ ਇੱਥੇ ਹੁਣ ਸਤਿਗੁਰਾਂ ਨੇ ਬਚਨ ਕੀਤਾ ਹੈ ਕਿ ਅਸੀਂ ਗੋਲੀ ਦਾ ਨਿਸ਼ਾਨਾ ਪਰਖਣਾ ਹੈ। ਭਾਈ ਡੱਲੇ ਨੂੰ ਕਿਹਾ, ਮਨ ਦੇ ਵਿੱਚ ਡਰਦੇ ਹਨ ਕਿ ਕਿਤੇ ਸਾਨੂੰ ਨਾ ਕਹਿ ਦੇਵੇ। ਉਹ ਸੋਚਦਾ ਕਿਤੇ ਮੈਨੂੰ ਨਾ ਕਹਿ ਦੇਵੇ, ਦੂਸਰਾ ਸੋਚਦਾ ਮੈਨੂੰ ਨਾ ਕਹਿ ਦੇਵੇ ਕਿ ਅੱਗੇ ਹੋ ਕੇ ਸਤਿਗੁਰਾਂ ਦੇ ਪਾਸ ਪਹੁੰਚ ਜਾ, ਅਤੇ ਸਤਿਗੁਰੂ ਗੋਲੀ ਦਾ ਨਿਸ਼ਾਨਾ ਪਰਖਣਾ ਚਾਹੁੰਦੇ ਹਨ। ਤੁਪਕ ਪਰਖਬੇ ਨਰਹਤ ਚਹੈ। ਸਤਿਗੁਰਾਂ ਫੇਰ ਵਚਨ ਕੀਤਾ, ਭਾਈ ਡੱਲਾ ਸਾਨੂੰ ਇਹ ਬੰਦੂਕ ਦਾ ਨਿਸ਼ਾਨਾ ਪਰਖਣ ਦੇ ਵਾਸਤੇ 2 ਯੋਧੇ ਸੂਰਮਿਆਂ ਦੀ ਜ਼ਰੂਰਤ ਹੈ। ਕਹੋ ਕੌਣ ਇਮ ਟਿਗ ਰਹੇ। ਤਾਂ ਹੁਣ ਇਹ ਸੋਚਦੇ ਹਨ ਕਿ ਦੇਖੋ ਜੇਕਰ ਗੁਰੂ ਮਹਾਰਾਜ ਇਸੇ ਤਰ੍ਹਾਂ ਹੁਣ ਗੋਲੀ ਦਾ ਨਿਸ਼ਾਨਾ ਪਰਖਣ ਵਾਸਤੇ ਯੋਧੇ ਸੂਰਮਿਆਂ ਦੀ ਮੰਗ ਕਰਨਗੇ, ਮਨੁੱਖਾਂ ਦੇ ਉੱਪਰ ਗੋਲੀ ਚਲਾ ਕੇ ਪਰਖ ਕਰਨਗੇ, ਤਾਂ ਫਿਰ ਸਤਿਗੁਰਾਂ ਦੇ ਨਾਲ ਕੌਣ ਰਹੇਗਾ। ਤਬ ਡੱਲੇ ਕੀ ਆਂਖ ਬਚਾਏ। ਤਾਂ ਇਸ ਦੇ ਨਾਲ ਦੇ ਸਾਥੀ ਭਾਈ ਡੱਲੇ ਤੋਂ ਅੱਖ ਬਚਾ ਕੇ ਇੱਧਰ ਉੱਧਰ ਖਿਸਕਣੇ ਸ਼ੁਰੂ ਹੋ ਜਾਂਦੇ ਹਨ। ਆਦੇ ਰਾਹਕ ਗਏ ਸਿਧਾਏ। ਤਾਂ ਥੋੜਾ ਸਮਾਂ ਆਉਣ ਤੋਂ ਬਾਅਦ ਇੱਧਰ ਉੱਧਰ ਅੱਖ ਬਚਾ ਕੇ ਦੌੜਨ ਵਾਲੇ ਇਸ ਦੇ ਅੱਧੇ ਸਾਥੀ ਤਾਂ ਇਹ ਦਰਬਾਰ ਦੇ ਵਿੱਚੋਂ ਉੱਠ ਜਾਂਦੇ ਹਨ। ਨਹਿ ਕਹਿੰਦੇ ਅਗਰ ਤੂੰ ਆਏ। ਸਭ ਸੋਚਦੇ ਹਨ ਕੋਈ ਕਿਤੇ ਮੈਨੂੰ ਨਾ ਕਹਿ ਦੇਵੇ, ਕਿਤੇ ਮੈਨੂੰ ਨਾ ਕਹਿ ਦੇਵੇ ਕਿ ਤੂੰ ਅੱਗੇ ਹੋ ਕੇ ਸਤਿਗੁਰਾਂ ਦੇ ਖੜ। ਇਸ ਤਰ੍ਹਾਂ ਵਿਚਾਰ ਕਰਕੇ ਅੱਧੇ ਤੇ ਦੌੜ ਜਾਂਦੇ ਹਨ। ਖਰੋ ਹੋਏ ਗੁਲਕਾ ਤਨ ਖਾਏ। ਤੇ ਕਹਿਣ ਲੱਗੇ ਕਿ ਇਸ ਤਰ੍ਹਾਂ ਕੌਣ ਕਰ ਸਕਦਾ ਹੈ ਕਿ ਅੱਗੇ ਖੜੇ ਹੋ ਕੇ ਗੋਲੀ ਦਾ ਨਿਸ਼ਾਨਾ ਆਪਣੀ ਛਾਤੀ ਦੇ ਉੱਪਰ ਲੈ ਲਵੇ। ਅਸ ਭੈ ਤਰ ਤਰ ਕਰੋ ਸਿਧਾਰੇ। ਇਸ ਤਰ੍ਹਾਂ ਦਾ ਡਰ ਮੰਨ ਕੇ ਭਾਈ ਡੱਲੇ ਦੇ ਯੋਧੇ ਉਹ ਆਪੋ ਆਪਣੇ ਘਰਾਂ ਨੂੰ ਦੌੜਨ ਲੱਗ ਜਾਂਦੇ ਹਨ। ਅਰਧ ਰਹੇ ਸੋਪੀ ਡਰ ਧਾਰੇ। ਜਿੰਨੇ ਅੱਧੇ ਕੁ ਬਾਕੀ ਰਹਿ ਗਏ ਸਨ, ਇਹਨਾਂ ਦੇ ਮਨ ਦੇ ਵਿੱਚ ਵੀ ਬੜੀ ਘਬਰਾਹਟ ਹੈ। ਇਹ ਵੀ ਮਨ ਦੇ ਵਿੱਚੋਂ ਬੜੇ ਡਰੇ ਬੈਠੇ ਹਨ। ਸੁਨ ਡੱਲਾ ਵਿਸਮਿਓ ਧਰਮੋਨ। ਭਾਈ ਡੱਲਾ ਵੀ ਇਹ ਬਚਨ ਸਤਿਗੁਰਾਂ ਦੇ ਸੁਣ ਕੇ ਬੜਾ ਹੈਰਾਨ ਹੋਇਆ ਸੀ। ਆਪਣੇ ਮੂੰਹ ਤੋਂ ਚੁੱਪ ਧਾਰਨ ਕਰਕੇ ਉੱਥੇ ਬੈਠਾ ਹੈ। ਬੈਠਿਓ ਨੀਵ ਗਰੀਬ ਮੁਖ ਓਨ। ਹੁਣ ਭਾਈ ਡੱਲਾ ਵੀ ਕਿਤੇ ਤੇ ਕਿੰਨੀਆਂ ਗੱਲਾਂ ਮਾਰਦਾ ਸੀ, ਕਿਤੇ ਹੁਣ ਚੁੱਪ ਕਰਕੇ ਆਪਣੀ ਗਰਦਨ ਨੀਵੀਂ ਕਰਕੇ ਬੈਠਾ ਹੈ। ਕਹਿਦੋਂ ਕਹਿਤ ਹੁਤੋ ਬੋ ਬਾਤੀ। ਕਿਤੇ ਤਾਂ ਬੜੀਆਂ ਗੱਲਾਂ ਕਰਦਾ ਸੀ ਕਿ ਸੱਚੇ ਪਾਤਸ਼ਾਹ ਮੈਨੂੰ ਹੁਕਮ ਕਰਦੇ, ਆਨੰਦਪੁਰ ਸਾਹਿਬ ਦੇ ਜੰਗ ਦੇ ਵਿੱਚ, ਚਮਕੌਰ ਸਾਹਿਬ ਦੇ ਜੰਗ ਦੇ ਵਿੱਚ ਮੈਂ ਆਪਣੇ ਸਾਥੀਆਂ ਨੂੰ ਅੱਗੇ ਹੋ ਕੇ ਯੁੱਧ ਕਰਦਾ। ਆਪ ਜੀਆਂ ਦੇ ਉੱਪਰ ਕੋਈ ਦੁੱਖ ਕਸ਼ਟ ਦਾ ਸਮਾਂ ਨਹੀਂ ਆਉਣ ਦਿੰਦਾ। ਆਪ ਜੀਆਂ ਦੇ 4 ਸਾਹਿਬਜ਼ਾਦੇ ਸ਼ਹੀਦ ਹੋਏ ਤੇ ਸ਼ਹੀਦ ਹੋਣੇ ਹੀ ਨਹੀਂ ਸੀ। ਜੇਕਰ ਮੈਨੂੰ ਹੁਕਮ ਕਰ ਦਿੰਦੇ ਮੈਂ ਉੱਥੇ ਆਪਣੇ ਯੋਧਿਆਂ ਨੂੰ ਲੈ ਕੇ ਪਹੁੰਚ ਜਾਂਦਾ। ਤਾਂ ਕਿਤੇ ਤੇ ਇਹ ਬੜਾ ਮਾਰਦਾ ਸੀ ਤੇ ਕਿਤੇ ਹੁਣ ਸਤਿਗੁਰਾਂ ਨੇ ਇੱਕੋ ਹੀ ਬਚਨ ਕੀਤਾ ਤੇ ਭਾਈ ਡੱਲੇ ਦੀ ਨੀਵੀਂ ਪੈ ਗਈ ਹੈ।
ਗਰਦਨ ਨੀਵੀਂ ਕਰਕੇ ਬੜੀ ਚੁੱਪ ਧਾਰਨ ਕਰਕੇ ਬੈਠਾ ਹੈ। ਕਹਿ ਤੂਸ਼ਨ ਪਾ ਨਿਜ ਮਤ ਹਾਤੀ। ਕਿੱਥੇ ਬੜੀਆਂ ਗੱਲਾਂ ਮਾਰਦਾ ਸੀ ਤੇ ਕਿਤੇ ਹੁਣ ਚੁੱਪ ਕਰਕੇ ਔਰ ਇਸੇ ਤਰ੍ਹਾਂ ਨੀਵੀਂ ਪਾ ਕੇ ਬੈਠਾ ਹੀ ਰਹਿੰਦਾ ਹੈ। ਸ੍ਰੀ ਪ੍ਰਭ ਤੁਪਕ ਹਾਥ ਤਰ ਰਹੇ। ਉਧਰ ਗੁਰੂ ਮਹਾਰਾਜ ਜੀ ਉਸ ਸਿੱਖ ਦੀ ਲਿਆਂਦੀ ਹੋਈ ਬੰਦੂਕ ਉਹ ਆਪਣੇ ਹੱਥਾਂ ਦੇ ਵਿੱਚ ਪਕੜ ਕੇ ਪਵਿੱਤਰ ਕਰ ਕਮਲਾਂ ਦੇ ਵਿੱਚ ਪਕੜ ਕੇ ਉਸ ਨੂੰ ਅੱਛੀ ਤਰ੍ਹਾਂ ਦੇਖ ਪਰਖ ਰਹੇ ਹਨ। ਕਬਹੁ ਪਲੀਤਾ ਖੋਲਤ ਲਏ। ਕਦੇ ਸਤਿਗੁਰੂ ਮਹਾਰਾਜ ਇਸ ਬੰਦੂਕ ਦਾ ਪਲੀਤਾ ਖੋਲ ਕੇ ਦੇਖਦੇ ਹਨ। ਗਜ ਨਿਕਾਲ ਡਾਲਤ ਵਿੱਚ ਕਬੈ। ਕਦੇ ਗੱਜ ਨੂੰ ਨਿਕਾਲ ਕੇ ਫਿਰ ਇਸ ਦੇ ਵਿੱਚ ਪਾਉਂਦੇ ਹਨ। ਕੋਟੀ ਕਿਤਕ ਬਨੀ ਲਖ ਤਬੈ। ਇਸ ਦੀ ਬਰੂਦ ਪਾਉਣ ਵਾਲੀ ਕੋਠੀ ਉਹ ਬਾਰ-ਬਾਰ ਖੋਲ ਕੇ ਦੇਖ ਰਹੇ ਹਨ ਕਿ ਕਿੱਡੀ ਕਿਸ ਤਰ੍ਹਾਂ ਦੀ ਬਣੀ ਹੈ, ਕਿਉਂਕਿ ਪਹਿਲੇ ਸਮੇਂ ਦੇ ਵਿੱਚ ਇਹ ਬੰਦੂਕਾਂ ਬਰੂਦ ਅਤੇ ਗੋਲੀਆਂ ਦੋਨੇ ਚੀਜ਼ਾਂ ਪਾਈਆਂ ਜਾਂਦੀਆਂ ਸਨ ਔਰ ਇਸ ਤਰ੍ਹਾਂ ਦੀਆਂ ਹੁੰਦੀਆਂ ਸਨ ਜੋ ਗਜਾਂ ਦੇ ਨਾਲ ਠੋਕ ਕੇ ਇਹਨਾਂ ਦੇ ਵਿੱਚ ਬਰੂਦ ਪਾਇਆ ਜਾਂਦਾ, ਪਲੀਤਾ ਡੰਬਿਆ ਜਾਂਦਾ, ਫਿਰ ਇਸ ਨੂੰ ਅੱਗ ਦਿੱਤੀ ਜਾਂਦੀ ਤੇ ਇਹ ਬੰਦੂਕਾਂ ਚੱਲਦੀਆਂ ਸਨ। ਤਾਂ ਇਸ ਬੰਦੂਕ ਨੂੰ ਕਦੇ ਇਸ ਦੇ ਪਲੀਤੇ ਨੂੰ ਸਤਿਗੁਰੂ ਦੇਖਦੇ ਹਨ, ਕਦੇ ਗੱਜ ਨੂੰ ਬਾਹਰ ਨਿਕਾਲ ਕੇ ਦੁਬਾਰਾ ਪਾ ਕੇ ਦੇਖਦੇ ਹਨ, ਕਦੇ ਇਸ ਦੀ ਕੋਠੀ ਜੋ ਬਰੂਦ ਪਾਉਣ ਵਾਲੀ ਹੈ ਉਸ ਨੂੰ ਦੇਖ ਰਹੇ ਹਨ। ਇਮ ਦੇਖਤ ਪੇ ਕੇਤਕ ਸਮੈ। ਕਿੰਨੇ ਸਮੇਂ ਸਤਿਗੁਰੂ ਮਹਾਰਾਜ ਇਸ ਬੰਦੂਕ ਦੀ ਦੇਖ ਪਰਖ ਕਰ ਰਹੇ ਸਨ। ਟਿਕ ਬੈਠੇ ਸਭ ਕੇ ਮੁਖ ਨਿਮੇ। ਔਰ ਹੁਣ ਜੋ ਸਤਿਗੁਰਾਂ ਦੇ ਪਾਸ ਬੈਠੇ ਸਨ ਸਾਰਿਆਂ ਦੇ ਚਿਹਰੇ ਬੜੇ ਮੁਰਝਾ ਜਾਂਦੇ ਹਨ। ਜੋ ਭਾਈ ਡੱਲੇ ਦੇ ਨਾਲ ਆਏ ਸਨ ਇਹ ਵੀ ਸਾਰੇ ਦੇ ਸਾਰੇ ਨੀਵੀਆਂ ਪਾ ਕੇ ਬੈਠੇ ਹਨ। ਪੁਨ ਬੋਲੇ ਡੱਲੇ ਨਰ ਦੋਏ। ਫਿਰ ਸਤਿਗੁਰੂ ਬਚਨ ਕਰਦੇ ਹਨ ਕਿ ਭਾਈ ਡੱਲਾ, ਦੋ ਨਰ ਦੋ ਯੋਧੇ ਸੂਰਮੇ ਦੇ ਸਾਨੂੰ ਇਸ ਬੰਦੂਕ ਦੀ ਪਰਖ ਕਰਨ ਦੇ ਵਾਸਤੇ। ਹਮਕੋ ਦੇਹੋ ਖਰੇ ਹੋਏ ਜੋਏ। ਔਰ ਦੋ ਆਪਣੇ ਯੋਧੇ ਸੂਰਮੇ ਦੇ ਜੋ ਬੜੀ ਧੀਰਜ ਦੇ ਨਾਲ ਸਾਡੇ ਸਾਹਮਣੇ ਆ ਕੇ ਖੜੇ ਹੋ ਜਾਣ। ਮਾਰ ਤੁਫੰਗਨ ਪਰਖਨ ਠਾਨੈ। ਅਸੀਂ ਇਸ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਲਾ ਕੇ ਪਰਖ ਕਰਨੀ ਚਾਹੁੰਦੇ ਹਾਂ। ਕੇਤਵ ਘਾਵ ਕਰੇ ਸਭ ਜਾਣੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਕਿ ਇਸ ਸ਼ਸਤਰ ਨੂੰ ਪਹਿਲੇ ਪਰਖ ਕੇ ਫੇਰ ਹੀ ਵਰਤਣਾ ਚਾਹੀਦਾ ਹੈ। ਜੇਕਰ ਹੁਣ ਇਸ ਬੰਦੂਕ ਦੀ ਪਰਖ ਕੀਤੀ ਜਾਵੇਗੀ ਤਦ ਹੀ ਪਤਾ ਚੱਲੇਗਾ ਨਾ ਕਿ ਜੰਗ ਯੁੱਧ ਦੇ ਸਮੇਂ ਜੋ ਇਹ ਬੰਦੂਕ ਚਲਾਈ ਜਾਵੇਗੀ ਅੱਗੇ ਦੁਸ਼ਮਣ 'ਤੇ ਮਾਰ ਵੀ ਕਰੇਗੀ। ਔਰ ਕਈ ਵਾਰ ਸ਼ਸਤਰ ਦਾ ਕੋਈ ਵਸਾ ਨਹੀਂ ਹੁੰਦਾ ਔਰ ਇੱਥੇ ਚਲਾਏ ਤੋਂ ਬਿਨਾਂ, ਇੱਥੇ ਦੇਖੇ ਪਰਖੇ ਤੋਂ ਬਿਨਾਂ ਜੇਕਰ ਜੰਗ ਦੇ ਵਿੱਚ ਲੈ ਕੇ ਚਲੇ ਗਏ ਉਸ ਸਥਾਨ 'ਤੇ ਕਈ ਵਾਰ ਕੋਈ ਸ਼ਸਤਰ ਧੋਖਾ ਦੇ ਜਾਂਦਾ ਹੈ, ਮੌਕੇ ਦੇ ਉੱਪਰ ਮਾਰ ਨਹੀਂ ਕਰਦਾ। ਔਰ ਬਿਨਾਂ ਦੇਖੇ ਪਰਖੇ ਤੋਂ ਬੰਦੂਕ 'ਚ ਲੈ ਕੇ ਜੰਗ ਦੇ ਵਿੱਚ ਪਹੁੰਚ ਜਾਣਾ ਅੱਛੀ ਗੱਲ ਨਹੀਂ ਹੈ। ਪਹਿਲੇ ਇਸ ਦੀ ਪਰਖ ਕਰ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਦੇ ਹੁਣ ਸਤਿਗੁਰੂ ਬਚਨ ਕਰ ਰਹੇ ਹਨ। ਸੁਨ ਕਰ ਡੱਲੇ ਤੂਸ਼ਨ ਠਾਨੀ। ਪਰ ਡੱਲਾ ਹੁਣ ਸੁਣ ਕੇ ਚੁੱਪ ਹੈ। ਇਹ ਮਨ ਦੇ ਵਿੱਚ ਬੜਾ ਹੈਰਾਨ ਹੈ ਕਿ ਕੋਈ ਇਸ ਤਰ੍ਹਾਂ ਜਾ ਕੇ ਕਿਵੇਂ ਗੋਲੀ ਦਾ ਨਿਸ਼ਾਨਾ ਬਣ ਸਕਦਾ ਹੈ। ਊਚ ਗਰੀਬ ਕਰ ਕਛ ਨਾ ਬਖਾਨੀ। ਇਸ ਨੇ ਆਪਣੀ ਗਰਦਨ ਉੱਚੀ ਚੱਕ ਕੇ ਕੋਈ ਵੀ ਬਚਨ ਸਤਿਗੁਰਾਂ ਦੇ ਅੱਗੇ ਨਹੀਂ ਕੀਤਾ। ਸੁਨ ਬੰਦਪ ਉਠ ਉਠ ਬੋ ਗਏ। ਇਸ ਦੇ ਸਾਥੀ ਇਸ ਦੇ ਸੰਬੰਧੀ ਸਨ ਉਹ ਤੇ ਸਾਰੇ ਉੱਠ ਉੱਠ ਕੇ ਖਿਸਕ ਗਏ ਸਨ। ਧੀਰ ਸਹਿਤ ਨੇ ਥਿਰਤਾ ਲਏ। ਕੋਈ ਵੀ ਧੀਰਜਵਾਨ ਕੋਈ ਵੀ ਧੀਰਜ ਨੂੰ ਧਾਰਨ ਕਰਕੇ ਇਸੇ ਸਥਾਨ ਤੇ ਨਾਮ ਬੈਠਾ ਰਿਹਾ। ਚਾਕਰ ਨਹੀਂ ਜੇ ਡਰ ਟਿਗ ਰਹੇ। ਤੇ ਜੋ ਇਸ ਦੇ ਭਰਾ ਜ਼ਮੀਂਦਾਰ ਭਰਾ ਇਕੱਠੇ ਹੋਏ ਸਨ ਉਹ ਇਸ ਦੇ ਕੋਈ ਨੌਕਰ ਤੇ ਨਹੀਂ ਸੀ ਜੋ ਇਸ ਦੇ ਡਰ ਨੂੰ ਭੈ ਨੂੰ ਧਾਰਨ ਕਰਕੇ ਬੈਠੇ ਰਹਿਣ। ਉਹ ਸਾਰੇ ਦੇ ਸਾਰੇ ਇਸ ਤੋਂ ਜਾਣਾ ਹੀ ਚੰਗਾ ਸਮਝਦੇ ਹਨ। ਹੋਤੇ ਪ੍ਰਾਤ ਗਮਨੇ ਚਿਤ ਚਹੇ। ਜਿਹੜੇ ਇਸ ਦੇ ਜ਼ਿਮੀਂਦਾਰ ਭਰਾ ਸਨ ਉਹ ਤੇ ਜਾਣਾ ਹੀ ਚੰਗਾ ਮੰਨਦੇ ਸਨ। ਸਭਾ ਵਿਖੇ ਮੁਝ ਕੋ ਨਾ ਪਚਾਰੇ। ਸਾਰੇ ਸੋਚਦੇ ਹਨ ਕਿ ਸਭਾ ਦੇ ਵਿੱਚ ਦੀਵਾਨ ਦੇ ਵਿੱਚ
ਕਿਤੇ ਮੈਨੂੰ ਨਾ ਬੁਲਾ ਲੈਣ। ਜਾਹੋਂ ਖਰੋਂ ਹੋਏ ਗੁਰੂ ਅਗਾਰੇ। ਤੇ ਕੌਣ ਹੁਣ ਇਹੋ ਜਿਹੇ ਸਮੇਂ ਸਤਿਗੁਰਾਂ ਦੇ ਅੱਗੇ ਜਾ ਕੇ ਖੜ ਸਕਦਾ ਸੀ। ਹਿਮ ਚਿਤ ਜਾਨ ਤਰਾਸ ਧਰ ਗਏ। ਇਸੇ ਤਰ੍ਹਾਂ ਮਨ ਦੇ ਵਿੱਚ ਜਾਣ ਕੇ ਡਰ ਧਾਰ ਕੇ ਇਥੋਂ ਉੱਠ ਕੇ ਚਲੇ ਗਏ ਸਨ। ਨਹੀਂ ਸਭਾ ਮੈਂ ਸੋ ਥਿਰ ਪਏ। ਇਹ ਸਾਰੇ ਦੇ ਸਾਰੇ ਜੋ 300-400 ਦੀ ਗਿਣਤੀ ਦੇ ਵਿੱਚ ਲੈ ਕੇ ਆਇਆ ਸੀ ਨਾ, ਸਾਰੇ ਦੇ ਸਾਰੇ ਡਰ ਧਾਰਨ ਕਰਕੇ ਉੱਥੋਂ ਚਲੇ ਜਾਂਦੇ ਹਨ। ਸਤਿਗੁਰ ਖਿਆਲ ਤਨੇ ਤੇ ਟਾਲ। ਫਿਰ ਸਤਿਗੁਰੂ ਮਹਾਰਾਜ ਇਹਨਾਂ ਤੋਂ ਆਪਣਾ ਖਿਆਲ ਟਾਲਣ ਕਰਦੇ ਹਨ। ਪਰਚੇ ਪਿਖਨ ਤੁਪਕ ਦਵੇ ਨਾਲ। ਭਾਈ ਡੱਲੇ ਨੂੰ ਇਹ ਵਚਨ ਕਹਿ ਕੇ ਦੁਆਰਾ ਫਿਰ ਉਸ ਬੰਦੂਕ ਨੂੰ ਦੇਖਣ ਲੱਗ ਜਾਂਦੇ ਹਨ। ਪੁੰਨ ਬਰੂਦ ਗੋਰੀ ਜੁਗ ਡਾਰੀ। ਫਿਰ ਇੰਨੇ ਸਮੇਂ ਤੋਂ ਬਾਅਦ ਸਤਿਗੁਰੂ ਮਹਾਰਾਜ ਜੀਆਂ ਨੇ ਉਸੇ ਤਰ੍ਹਾਂ ਯੋਧੇ ਸੂਰਮਿਆਂ ਨੂੰ ਹੁਕਮ ਕੀਤਾ ਤੇ ਆਪਣੇ ਗੁਰਸਿੱਖਾਂ ਨੂੰ ਹੁਕਮ ਕਰਕੇ ਬਰੂਦ ਅਤੇ ਗੋਲੀਆਂ ਇਸ ਬੰਦੂਕ ਦੇ ਵਿੱਚ ਪਵਾ ਲਈਆਂ ਹਨ। ਗੱਜ ਸੋ ਠੋਕ ਪਏ ਕੀ ਤਿਆਰੀ। ਗੱਜ ਦੇ ਨਾਲ ਬਰੂਦ ਗੋਲੀਆਂ ਆਦਿ ਠੋਕ ਕੇ ਇਸ ਬੰਦੂਕ ਨੂੰ ਤਿਆਰ ਕਰ ਲਿਆ ਹੈ। ਤਿਰਤੀ ਬਚਨ ਕੋ ਬਹੁਰ ਬਖਾਨਾ। ਤੀਸਰੀ ਵਾਰ ਫਿਰ ਸਤਿਗੁਰਾਂ ਉਹੀ ਬਚਨ ਨੂੰ ਦੁਬਾਰਾ ਦੁਹਰਾਉਣਾ ਕੀਤਾ। ਰਹਿਓ ਨਾ ਕੋ ਰਾਹਕ ਤਿਸ ਥਾਨਾ। ਤੇ ਉੱਥੇ ਜੋ ਭਾਈ ਡੱਲੇ ਦੇ ਸਾਥੀ ਸੀ ਉਹ ਤੇ ਦੀਵਾਨ ਦੇ ਵਿੱਚ ਕੋਈ ਵੀ ਬਾਕੀ ਨਹੀਂ ਰਿਹਾ। ਤਬ ਤੋਰਾ ਸੁਲਗਾਏ ਮੰਗਾਇਓ। ਫਿਰ ਥੋੜਾ ਸੁਲਗਦਾ ਹੋਇਆ ਸਤਿਗੁਰਾਂ ਮਗਵਾਉਣਾ ਕੀਤਾ। ਇਕ ਸਿਖ ਸੰਗ ਹੁਕਮ ਫਰਮਾਇਓ। ਹਰ ਇੱਕ ਗੁਰਸਿੱਖ ਨੂੰ ਸਤਿਗੁਰੂ ਬਚਨ ਕਰਦੇ ਹਨ। ਦਵੇ ਰੰਗ ਰੇਟੇ ਸਿੱਖ ਤਿਸ ਥਾਏ। ਜਦ ਤੀਸਰੀ ਵਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਬਚਨ ਕੀਤਾ ਨਾ ਭਾਈ ਡੱਲੇ ਨੂੰ ਕਿ ਭਾਈ ਡੱਲਾ ਤੇਰਾ ਸਾਥੀ ਕੋਈ ਵੀ ਸਾਡੇ ਸਾਹਮਣੇ ਇਸ ਬੰਦੂਕ ਦੀ ਪਰਖ ਕਰਨ ਦੇ ਵਾਸਤੇ ਨਹੀਂ ਆਇਆ, ਤਾਂ ਭਾਈ ਡੱਲੇ ਨੇ ਇਹ ਵੀ ਵਚਨ ਵਿਲਾਸ ਕੀਤੇ ਹੱਥ ਜੋੜ ਕੇ, ਸੱਚੇ ਪਾਤਸ਼ਾਹ ਇਹ ਤੇ ਬੜੀ ਆਸ਼ਚਰਜ ਗੱਲ ਹੈ ਕਿ ਬੰਦੂਕ ਦਾ ਨਿਸ਼ਾਨਾ ਪਰਖਣ ਦੇ ਵਾਸਤੇ ਇੱਕ ਯੋਧੇ ਸੂਰਮੇ ਦੀ ਲੋੜ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਭਾਈ ਡੱਲੇ ਨੇ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪਾਂ ਇਹ ਬੰਦੂਕ ਦਾ ਨਿਸ਼ਾਨਾ ਕਿਸੇ ਬੱਕਰੇ ਜਾਂ ਕਿਸੇ ਝੋਟੇ ਦੇ ਉੱਪਰ ਅਜਮਾ ਕੇ ਦੇਖ ਲੈਂਦੇ ਹਾਂ, ਉਸ ਦੇ ਉੱਪਰ ਬੰਦੂਕ ਚਲਾ ਕੇ ਦੇਖ ਲੈਂਦੇ ਹਾਂ। ਤਾਂ ਸਤਿਗੁਰੂ ਮੁਸਕਰਾ ਕੇ ਕਹਿਣ ਲੱਗੇ, ਭਾਈ ਡੱਲਾ ਅਸੀਂ ਝੋਟੇ ਦੇ ਉੱਪਰ ਬੰਦੂਕ ਚਲਾ ਕੇ ਨਹੀਂ ਦੇਖਣੀ, ਉਥੇ ਜੋ ਜੰਗ ਕਰਨੀ ਹੈ, ਜੰਗ ਯੁੱਧ ਕਰਨੇ ਹੈ, ਉਥੇ ਵੱਡੇ ਵੱਡੇ ਯੋਧੇ ਸੂਰਮਿਆਂ ਦੇ ਨਾਲ ਕਰਨੇ ਹੈ। ਔਰ ਇਹਨਾਂ ਜਾਨਵਰਾਂ ਦੇ ਉੱਪਰ ਅਸੀਂ ਇਹ ਬੰਦੂਕ ਦਾ ਨਿਸ਼ਾਨਾ ਨਹੀਂ ਪਰਖਣਾ। ਸਾਨੂੰ ਤੇ ਬੰਦੂਕ ਦਾ ਨਿਸ਼ਾਨਾ ਪਰਖਣ ਦੇ ਵਾਸਤੇ ਕਿਸੇ ਬਲਵਾਨ ਯੋਧੇ ਸੂਰਮੇ ਦੀ ਜ਼ਰੂਰਤ ਹੈ। ਤਾਂ ਭਾਈ ਡੱਲਾ ਹੁਣ ਸਤਿਗੁਰੂ ਮਹਾਰਾਜ ਜੀਆਂ ਦੇ ਬਚਨ ਸੁਣ ਕੇ ਬੜਾ ਹੈਰਾਨ ਹੋ ਜਾਂਦਾ ਹੈ। ਤਾਂ ਸਤਿਗੁਰੂ ਮਹਾਰਾਜ ਦੇਖਦੇ ਹਨ, ਕਿਉਂਕਿ ਇਸ ਸਥਾਨ 'ਤੇ ਹੁਣ ਇਹ ਵੀ ਬਚਨ ਹੈ ਕਿ ਸਤਿਗੁਰੂ ਮਹਾਰਾਜ ਭਾਈ ਡੱਲੇ ਨੂੰ ਨੀਵਾਂ ਨਹੀਂ ਦਿਖਾਉਣਾ ਚਾਹੁੰਦੇ ਸਨ ਕਿ ਇਹ ਬੁਝਦਲ ਹੈ, ਕਾਇਰ ਹੈ। ਇਹ ਸਤਿਗੁਰੂ ਇਹ ਨਹੀਂ ਦਿਖਾਉਣਾ ਚਾਹੁੰਦੇ ਸਨ, ਕਿਉਂਕਿ ਸਤਿਗੁਰਾਂ ਦਾ ਭਾਰੀ ਸਿੱਖ ਸੀ ਭਾਈ ਡੱਲਾ। ਇਸਨੇ ਸਤਿਗੁਰੂ ਮਹਾਰਾਜ ਜੀਆਂ ਦਾ ਉਤਾਰਾ ਸਾਬੋ ਕੀ ਤਲਵੰਡੀ ਦੇ ਵਿੱਚ ਕਰਵਾਇਆ, ਤੇ ਉਸ ਸਮੇਂ ਦੇ ਵਿੱਚ ਕਰਵਾਇਆ ਕਿ ਜਿਸ ਸਮੇਂ ਦੇ ਵਿੱਚ ਸਤਿਗੁਰਾਂ ਦਾ ਬੜਾ ਜੰਗਾਂ ਯੁੱਧਾਂ ਦਾ ਦੌਰ ਚੱਲ ਰਿਹਾ ਸੀ। ਕਿਤੇ ਆਨੰਦਪੁਰ ਸਾਹਿਬ ਦਾ ਜੰਗ, ਕਿਤੇ ਚਮਕੌਰ ਸਾਹਿਬ ਦੇ ਜੰਗ ਹੋਏ, ਕਿਤੇ ਸਤਿਗੁਰੂ ਮਹਾਰਾਜ ਜੀਆਂ ਦਾ ਜੰਗ ਮੁਕਤਸਰ ਦੇ ਵਿੱਚ ਹੁੰਦਾ ਹੈ। ਇਹਨਾਂ ਜੰਗਾਂ ਯੁੱਧਾਂ ਤੋਂ ਸਤਿਗੁਰੂ ਅੱਗੇ ਨੂੰ ਆ ਰਹੇ ਹਨ, ਪਿੱਛੇ ਦੁਸ਼ਮਣਾਂ ਤੁਰਕਾਂ ਦੀਆਂ ਫੌਜਾਂ ਮਾਰੋ ਮਾਰ ਕਰਦੀਆਂ, ਜਿੱਥੇ ਸਤਿਗੁਰੂ ਜਾਂਦੇ ਹਨ ਉੱਥੇ ਹੀ ਪਿੱਛਾ ਕਰਦੇ ਹਨ। ਔਰ ਰਸਤੇ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਸਤਿਗੁਰੂ ਮਹਾਰਾਜ ਜੀਆਂ ਨੂੰ ਪਨਾਹ ਦਿੰਦਾ ਹੈ ਨਾ, ਸਤਿਗੁਰੂ ਮਹਾਰਾਜ ਜੀਆਂ ਦਾ ਡੇਰਾ ਲਵਾਉਂਦਾ ਹੈ ਜੋ ਵੀ ਆਪਣੇ ਨਗਰ ਦੇ ਵਿੱਚ, ਉੱਥੇ ਵੀ ਇਹ ਦੁਸ਼ਮਣਾਂ ਦੀਆਂ ਤੁਰਕਾਂ ਦੀਆਂ ਫੌਜਾਂ ਪਤਾ ਕਰਕੇ ਉਹਨਾਂ ਨੂੰ ਬੜਾ ਦੰਡ ਵੀ ਦਿੰਦੇ ਹਨ, ਸਜ਼ਾ ਵੀ ਦਿੰਦੇ ਹਨ ਕਿ ਤੁਸੀਂ ਸਤਿਗੁਰਾਂ ਦੀ ਸੇਵਾ ਕੀਤੀ ਹੈ। ਐਸੇ ਸਮੇਂ ਦੇ ਵਿੱਚ ਸਤਿਗੁਰਾਂ ਨੂੰ ਆਪਣੇ ਘਰ ਦੇ ਵਿੱਚ ਉਤਾਰਾ ਦੇਣਾ ਇੱਕ ਮੌਤ ਨੂੰ ਸੱਦਾ ਦੇਣ ਤੋਂ ਪਰੇ ਕੁਝ ਨਹੀਂ ਸੀ, ਕਿਉਂਕਿ ਇਹਨਾਂ ਨੂੰ ਪਤਾ ਸੀ ਜਦ ਸਤਿਗੁਰੂ ਚਲੇ ਜਾਣਗੇ ਤੇ ਦੁਸ਼ਮਣਾਂ ਦੀਆਂ ਫੌਜਾਂ ਪਿੱਛੇ ਆ ਰਹੀਆਂ ਹਨ, ਉਹ ਸਾਡੇ ਨਾਲ ਆ ਕੇ ਗੱਲਬਾਤ ਕਰਨਗੇ, ਪੁੱਛਣਗੇ। ਤੇ ਸਤਿਗੁਰੂ ਵੀ ਸਭ ਕੁਝ ਜਾਣਦੇ ਸਨ ਕਿ ਨਿਤੜਕ ਹੋ ਕੇ ਭਾਈ ਡੱਲੇ ਨੇ ਆਪਣੇ ਪਾਸ ਉਤਾਰਾ ਕਰਵਾਇਆ ਹੈ।
ਬਿਨਾਂ ਡਰ ਤੋਂ ਰਹਿਤ ਹੋ ਕੇ ਤਾਂ ਸਤਿਗੁਰੂ ਵੀ ਜਾਣਦੇ ਸਨ ਕਿ ਇਸਨੇ ਬੜੀ ਸੇਵਾ ਕੀਤੀ ਹੈ, ਸਾਡਾ ਭਾਰੀ ਸਿੱਖ ਹੈ। ਪਰ ਇਹਦੇ ਮਨ ਦੇ ਵਿੱਚ ਜੋ ਮਾਨ ਸੀ ਨਾ, ਹੰਕਾਰ ਸੀ ਕੁਝ, ਕਿ ਇਸ ਨੂੰ ਸਤਿਗੁਰੂ ਦੂਰ ਕਰਨਾ ਚਾਹੁੰਦੇ ਹਨ, ਕਿ ਇਸ ਨੂੰ ਦੂਰ ਕੀਤਾ ਜਾਵੇ। ਕਿ ਸਤਿਗੁਰਾਂ ਇਸ ਤਰ੍ਹਾਂ ਦੀ ਇਸ ਦੀ ਪਰਖ ਕੀਤੀ ਤਾਂ ਭਾਈ ਡੱਲਾ ਇਸ ਪਰਖ ਦੇ ਉੱਪਰ ਪੂਰਾ ਨਾ ਉਤਰ ਸਕਿਆ। ਤਾਂ ਸਤਿਗੁਰੂ ਕਹਿਣ ਲੱਗੇ ਕਿ ਦੇਖ ਭਾਈ ਡੱਲਾ, ਤੇਰਾ ਤੇ ਕੋਈ ਯੋਧਾ ਸੂਰਮਾ ਸਾਡੇ ਸਾਹਮਣੇ ਨਹੀਂ ਆਇਆ। ਹੁਣ ਇੱਧਰ ਜਾ ਕੇ ਦੇਖ, ਸਾਡੇ ਗੁਰਸਿੱਖਾਂ ਦੇ ਤੰਬੂ ਲੱਗੇ ਹੋਏ ਹਨ, ਉੱਥੇ ਜਾ ਕੇ ਸਾਡਾ ਇਹ ਬਚਨ ਸੁਣਾ ਕਿ ਸਤਿਗੁਰਾਂ ਨੂੰ ਬੰਦੂਕ ਦੀ ਪਰਖ ਕਰਨ ਦੇ ਵਾਸਤੇ ਕਿਸੇ ਯੋਧੇ ਸੂਰਮੇ ਦੀ ਜ਼ਰੂਰਤ ਹੈ। ਤੇਰੇ ਦੂਰ ਦੇਖੋ ਦਿਰਗ ਲਾਏ। ਅਰ ਭਾਈ ਡੱਲਾ ਦੇਖੋ, ਦੂਰ ਦੂਰ ਤੱਕ ਸਾਡੇ ਗੁਰਸਿੱਖਾਂ ਦੇ, ਸਾਡੇ ਯੋਧੇ ਸੂਰਮਿਆਂ ਦੇ ਤੰਬੂ ਲੱਗੇ ਪਏ ਹਨ। ਨਾਮ ਦਹਨ ਮੈਂ ਨੈ ਕਹਿ ਲੀਜੈ। ਅਰ ਉੱਥੇ ਤੂੰ ਕਿਸੇ ਵੀ ਸਿੱਖ ਦਾ ਨਾਮ ਲੈ ਕੇ ਆਵਾਜ਼ ਨਹੀਂ ਮਾਰਨੀ ਕਿ ਫਲਾਣੇ ਸਿੱਖ ਨੂੰ ਗੁਰੂ ਜੀ ਬੁਲਾ ਰਹੇ ਹਨ। ਉੱਥੇ ਤੂੰ ਜਾ ਕੇ ਆਵਾਜ਼ ਮਾਰ ਦੇਣੀ ਹੈ ਕਿ ਕਿਸੇ ਦੋ ਗੁਰਸਿੱਖਾਂ ਨੂੰ ਸਤਿਗੁਰੂ ਬੰਦੂਕ ਦਾ ਨਿਸ਼ਾਨਾ ਪਰਖਣ ਦੇ ਵਾਸਤੇ ਬੁਲਾ ਰਹੇ ਹਨ। ਗੁਰੂ ਹਕਾਰਤ ਇਮ ਕਹਿ ਦੀਜੈ। ਬਸ ਇਹ ਕਹਿ ਦੇਵੀ ਕਿ ਗੋਲੀ ਦਾ ਨਿਸ਼ਾਨਾ ਪਰਖਣ ਦੇ ਵਾਸਤੇ ਗੁਰੂ ਮਹਾਰਾਜ ਬੁਲਾ ਰਹੇ ਹਨ। ਅਰ ਸਤਿਗੁਰਾਂ ਆਪਣੀ ਬੰਦੂਕ ਚਲਾ ਕੇ, ਗੋਲੀ ਚਲਾ ਕੇ ਅਰ ਇਸ ਦਾ ਨਿਸ਼ਾਨਾ ਪਰਖਣਾ ਹੈ। ਹਤੇ ਤੁਪਕ ਦੇ ਦੇਹੋ ਬਤਾਈ। ਇਹ ਵੀ ਗੱਲ ਦੱਸ ਦੇਵੀ ਕਿ ਆਉਣ ਵਾਲੇ ਗੁਰਸਿੱਖਾਂ ਨੂੰ ਸਤਿਗੁਰੂ ਮਹਾਰਾਜ ਜੀਆਂ ਨੇ ਗੋਲੀ ਦਾ ਨਿਸ਼ਾਨਾ ਬਣਾ ਕੇ ਖਤਮ ਕਰ ਦੇਣਾ ਹੈ। ਅਰ ਆਪਣੀ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਕਿ ਇਹ ਕਿੰਨੀ ਕਮਾਰ ਕਰਦੀ ਹੈ। ਪਰਖਨ ਹੇਤ ਘਾਵ ਕੋ ਕਾਈ। ਅਰ ਇਹ ਵੀ ਗੱਲ ਦੱਸ ਦੇਵੀ ਕਿ ਬੰਦੂਕ ਕਿੰਨੀ ਕਮਾਰ ਕਰਦੀ ਹੈ, ਇਹ ਕਿੰਨਾ ਕੁ ਜ਼ਖਮ ਕਰੇਗੀ ਅਰ ਕਿੰਨੀ ਕੁ ਮਾਰ ਕਰੇਗੀ, ਦੁਸ਼ਮਣ ਦੇ ਪ੍ਰਾਣ ਵੀ ਖਤਮ ਕਰ ਦੇਵੇਗੀ ਜਾਂ ਨਹੀਂ, ਇਹ ਗੱਲ ਪਰਖ ਕਰਨੀ ਹੈ। ਇਹ ਵੀ ਗੱਲ ਜ਼ਰੂਰ ਦੱਸ ਦੇਵੀ। ਸੁਨ ਸਿੱਖ ਗਇਓ ਸੋ ਜਾਏ ਅਲਾਵੇ। ਇੱਥੇ ਇਹ ਵੀ ਅੰਕਿਤ ਕੀਤਾ ਹੈ ਕਿ ਕਿਸੇ ਹੋਰ ਸਿੱਖ ਨੂੰ ਭੇਜਿਆ। ਅਰ ਕਈ ਦਫਾ ਐਸਾ ਵੀ ਹੈ ਕਿ ਭਾਈ ਡੱਲੇ ਨੂੰ ਹੀ ਭੇਜ ਦਿੱਤਾ। ਚਲੋ ਜਿਸ ਨੂੰ ਵੀ ਭੇਜ ਦਿੱਤਾ, ਸਤਿਗੁਰਾਂ ਇਹ ਹੁਕਮ ਕੀਤਾ ਕਿ ਇਸ ਤਰ੍ਹਾਂ ਜਾ ਕੇ ਸਾਡੇ ਯੋਧੇ ਸੂਰਮਿਆਂ ਦੇ ਵਿੱਚ ਕਹਿ ਦੇਣਾ ਹੈ। ਹਿਤ ਹੱਥ ਵੇ ਇੱਕ ਗੁਰੂ ਬੁਲਾਵੇ। ਅਰ ਇੱਕ ਆਪਣੇ ਪ੍ਰਾਣਾਂ ਨੂੰ ਅਰ ਸਤਿਗੁਰਾਂ ਦੇ ਪਾਸ ਨਿਸ਼ਾਵਰ ਕਰਨ ਦੇ ਵਾਸਤੇ ਪਹੁੰਚ ਜਾਵੇ। ਨੇ ਦੋਨੋਂ ਤਬ ਪਾਗ ਸੰਭਾਰੀ। ਜਦ ਉੱਥੇ ਜਾ ਕੇ ਆਵਾਜ਼ ਦਿੱਤੀ ਕਿ ਸਤਿਗੁਰੂ ਬੰਦੂਕ ਦਾ ਨਿਸ਼ਾਨਾ ਪਰਖਣ ਦੇ ਵਾਸਤੇ ਕਿਸੇ ਦੋ ਯੋਧੇ ਸੂਰਮਿਆਂ ਨੂੰ ਬੁਲਾਉਣਾ ਕਰਦੇ ਹਨ, ਤਾਂ ਦੋ ਗੁਰਸਿੱਖ ਯੋਧੇ ਸੂਰਮੇ ਸਤਿਗੁਰਾਂ ਦੇ ਭਾਈ ਵੀਰ ਸਿੰਘ ਅਤੇ ਭਾਈ ਧੀਰ ਸਿੰਘ, ਭਾਈ ਵੀਰ ਸਿੰਘ ਧੀਰ ਸਿੰਘ ਨਾਮ ਦੇ ਦੋ ਯੋਧੇ ਸੂਰਮੇ ਜਦ ਇਹ ਆਵਾਜ਼ਾਂ ਸੁਣ ਲੈਂਦੇ ਹਨ, ਕੁਛ ਸਿਰ ਪਰ ਕੁਛ ਕਰਮੇ ਧਾਰੀ। ਆਪਣੇ ਸਿਰਾਂ ਦੇ ਉੱਪਰ ਇਹ ਦਸਤਾਰ ਸਜਾ ਰਹੇ ਸਨ, ਦਮਾਲੇ ਸਜਾ ਰਹੇ ਸਨ। ਇਹਨਾਂ ਨੇ ਅਜੇ ਦਮਾਲੇ ਦਸਤਾਰਾਂ ਸਜਾਏ ਨਹੀਂ ਸਨ, ਅੱਧੇ ਕ ਸਜਾਏ ਸਨ, ਅੱਧੇ ਕ ਲੜ ਬਾਕੀ ਰਹਿੰਦੇ ਸਨ। ਸੁਣਦੇ ਸਾਰ ਉਸੇ ਟਾਈਮ ਦੌੜ ਕੇ ਸਤਿਗੁਰਾਂ ਦੇ ਬਲ ਚੱਲ ਪੈਂਦੇ ਹਨ। ਝਗੜਤ ਆਵੇਂ ਦੋਨੋਂ ਚਲੇ। ਔਰ ਇਸੇ ਤਰ੍ਹਾਂ ਉਹ ਇੱਕ ਦੂਜੇ ਦੇ ਨਾਲ ਝਗੜਾ ਕਰਦੇ ਜਾਂਦੇ ਹਨ। ਉਹ ਕਹਿੰਦਾ ਮੈਂ ਜਾਣਾ ਹੈ, ਸਤਿਗੁਰਾਂ ਦੀ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਮੈਂ ਬਣਨਾ ਹੈ, ਦੂਸਰਾ ਕਹਿੰਦਾ ਮੈਂ ਬਣਨਾ ਹੈ। ਇਸ ਤਰ੍ਹਾਂ ਅੱਧੀਆਂ ਕ ਪੱਗਾਂ ਬੰਨ੍ਹੀਆਂ ਹਨ, ਅੱਧੇ ਕ ਲੜ ਆਪਣੇ ਹੱਥ ਦੇ ਵਿੱਚ ਹਨ, ਅਤੇ ਬੜੀ ਖੁਸ਼ੀ ਦੇ ਨਾਲ ਆਪਣੇ ਸਰੀਰਾਂ ਦਾ ਪਰਿਤਿਆਗ ਕਰਨ ਦੇ ਵਾਸਤੇ ਦੋਨੋਂ ਆ ਰਹੇ ਹਨ। ਸਭਾ ਸਹਿਤ ਗੁਰ ਆਗੇ ਖਲੇ। ਸਾਰੀ ਸਭਾ ਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਇਹ ਸਤਿਗੁਰਾਂ ਦੇ ਅੱਗੇ ਆ ਕੇ ਖੜ ਜਾਂਦੇ ਹਨ। ਤੁਮ ਮੈਂ ਤੇ ਹਮ ਏਕ ਹਕਾਰਾ। ਸਤਿਗੁਰੂ ਕਹਿਣ ਲੱਗੇ ਵੀ ਤੁਹਾਡੇ ਤੋਂ ਇੱਕ ਦੇ ਉੱਪਰ ਅਸੀਂ ਇਸ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ। ਇਮ ਦੋ ਥਿਰ ਝਗੜਾ ਡਾਰਾ। ਪਰ ਉਹ ਦੋਨੋਂ ਗੁਰਸਿੱਖ ਭਾਈ ਵੀਰ ਸਿੰਘ ਅਤੇ ਧੀਰ ਸਿੰਘ ਆਪਸ ਵਿੱਚ ਇੱਕ ਦੂਜੇ ਨਾਲ ਬਚਨ ਵਿਲਾਸ ਕਰਦੇ ਹਨ, ਝਗੜਾ ਕਰਦੇ ਹਨ। ਉਹ ਕਹਿੰਦਾ ਮੈਂ ਅੱਗੇ ਹੋ ਕੇ ਸਤਿਗੁਰਾਂ ਦੇ ਪਾਸ ਆਪਣੇ ਪ੍ਰਾਣ ਦੇਣਾ ਚਾਹੁੰਦਾ ਹਾਂ, ਦੂਜਾ ਕਹਿੰਦਾ ਮੈਂ ਸਤਿਗੁਰਾਂ ਦੀ ਗੋਲੀ ਦਾ ਨਿਸ਼ਾਨਾ ਬਣਨਾ ਚਾਹੁੰਦਾ ਹਾਂ। ਤਾਂ ਭਾਈ ਡੱਲਾ ਇਹ ਦੇਖ ਕੇ ਬੜਾ ਹੈਰਾਨ ਹੋ ਜਾਂਦਾ ਹੈ
ਕਿ ਕਿਤੇ ਤੇ ਮੇਰੇ ਯੋਧੇ ਸੂਰਮੇ ਡਰਦੇ ਹੋਏ ਦੌੜ ਗਏ ਸਨ, ਤੇ ਕਿੱਥੇ ਇਹ ਸਤਿਗੁਰਾਂ ਦੇ ਯੋਧੇ ਸੂਰਮੇ ਇਹ ਅੱਗੇ ਹੋ ਕੇ ਆਪਣੇ ਪ੍ਰਾਣ ਦਿੰਦੇ ਹਨ। ਔਰ ਇਹ ਤੇ ਮਨ ਦੇ ਵਿੱਚ ਇਹ ਵਿਚਾਰ ਕੇ ਆਏ ਸੀ ਕਿ ਬੜਾ ਸੁਨਹਿਰੀ ਮੌਕਾ ਸਾਨੂੰ ਪ੍ਰਾਪਤ ਹੋਇਆ, ਸਤਿਗੁਰਾਂ ਦੇ ਹੱਥੋਂ ਸਾਡੇ ਸਰੀਰ ਦਾ ਨਾਸ ਪਰਿਤਿਆਗ ਹੋਵੇਗਾ ਤਾਂ ਸਾਡੀ ਮੁਕਤੀ ਹੋ ਜਾਵੇਗੀ। ਸਤਿਗੁਰਾਂ ਦੇ ਹੱਥੋਂ ਮੁਕਤ ਹੋਣ ਦੇ ਵਾਸਤੇ ਇਹ ਕਾਹਲੀ ਕਰ ਰਹੇ ਹਨ। ਉਹ ਕਹਿੰਦਾ ਹੈ ਸਤਿਗੁਰੂ ਮੇਰੇ ਤੇ ਗੋਲੀ ਦਾ ਨਿਸ਼ਾਨਾ ਪਰਖੋ, ਦੂਸਰਾ ਕਹਿੰਦਾ ਹੈ ਮੇਰੇ ਤੇ। ਇੱਕ ਵਚਨ ਇਹ ਵੀ ਹੋਇਆ ਕਿ ਜਦ ਭਾਈ ਡੱਲੇ ਦੇ ਯੋਧੇ ਸੂਰਮੇ ਦੌੜ ਗਏ ਸਨ ਨਾ, ਸਤਿਗੁਰਾਂ ਭਾਈ ਡੱਲੇ ਨੂੰ ਵੀ ਕਹਿ ਦਿੱਤਾ ਸੀ ਕਿ ਭਾਈ ਡੱਲਾ ਤੇਰੇ ਯੋਧੇ ਸੂਰਮੇ ਤਾਂ ਨਾ ਖੜੇ ਰਹੇ ਧੀਰਜ ਧਾਰ ਕੇ, ਅਰ ਤੂੰ ਵੀ ਬੜਾ ਸਾਡਾ ਜਰਨੈਲ ਹੈ, ਯੋਧਾ ਸੂਰਮਾ ਹੈ, ਤੂੰ ਹੀ ਅੱਗੇ ਹੋ ਕੇ ਖੜ। ਭਾਈ ਡੱਲੇ ਨੇ ਵੀ ਜਵਾਬ ਦੇ ਦਿੱਤਾ ਸੀ, ਨੀਵੀਂ ਪਾ ਲਈ ਸੀ ਸੱਚੇ ਪਾਤਸ਼ਾਹ, ਮੈਨੂੰ ਵੀ ਇਸ ਮੌਤ ਤੋਂ ਡਰ ਲੱਗਦਾ ਹੈ। ਇਹਦੇ ਯੋਧੇ ਸੂਰਮਿਆਂ ਨੇ ਵੀ ਕਹਿ ਦਿੱਤਾ ਸੀ ਕਿ ਅਣਹੋਈ ਮੌਤ ਕੌਣ ਮਰੇ, ਬਿਨਾਂ ਆਈ ਤੋਂ ਕੌਣ ਮਰੇ। ਜੰਗਾਂ ਦੇ ਵਿੱਚ ਯੁੱਧਾਂ ਦੇ ਵਿੱਚ ਸਰੀਰ ਤਿਆਗ ਦੇਣਾ, ਸ਼ਹੀਦ ਹੋ ਜਾਣਾ ਉਹ ਗੱਲ ਵੱਖ ਹੈ। ਇਸ ਤਰ੍ਹਾਂ ਗੋਲੀ ਦਾ ਨਿਸ਼ਾਨਾ ਪਰਖਣ ਵਾਸਤੇ ਕੌਣ ਅੱਗੇ ਹੋ ਕੇ ਆਪਣੇ ਪ੍ਰਾਣ ਦੇਵੇ। ਤੇ ਭਾਈ ਡੱਲੇ ਨੇ ਇਹ ਦੇਖਿਆ ਕਿ ਸਤਿਗੁਰਾਂ ਦੇ ਯੋਧੇ ਸੂਰਮੇ ਇਹ ਤੇ ਬੜੇ ਚਾਅ ਦੇ ਨਾਲ, ਖੁਸ਼ੀ ਦੇ ਨਾਲ ਅੱਗੇ ਤੋਂ ਅੱਗੇ ਹੋ ਕੇ ਆਪਣੇ ਪ੍ਰਾਣ ਦੇ ਰਹੇ ਹਨ, ਗੋਲੀ ਦਾ ਬੰਦੂਕ ਦਾ ਨਿਸ਼ਾਨਾ ਬਣਨਾ ਚਾਹੁੰਦੇ ਹਨ। ਤਾਂ ਇਸ ਤਰ੍ਹਾਂ ਸਤਿਗੁਰਾਂ ਦੇ ਪਾਸ ਭਾਈ ਵੀਰ ਸਿੰਘ, ਧੀਰ ਸਿੰਘ ਦੋਨੋਂ ਅੱਗੇ ਖੜੇ ਹਨ। ਸਤਿਗੁਰੂ ਮੁਸਕਰਾਉਂਦੇ ਹਨ ਅਰ ਬੰਦੂਕ ਨੂੰ ਪੂਰੀ ਤਿਆਰ ਕੀਤਾ, ਇਸ ਦੇ ਵਿੱਚ ਬਾਰੂਦ ਗੋਲੀਆਂ ਪਾਈਆਂ ਤਾਂ ਇਸ ਦਾ ਪਲੀਤਾ ਡੰਬਿਆ ਗਿਆ। ਤਾਂ ਸਤਿਗੁਰੂ ਮਹਾਰਾਜ ਹੁਣ ਇਸ ਤਰ੍ਹਾਂ ਗੋਲੀ ਦਾ ਨਿਸ਼ਾਨਾ ਪਰਖਣਾ ਚਾਹੁੰਦੇ ਹਨ। ਹੁਣ ਅੱਗੇ ਜਿਵੇਂ ਸਤਿਗੁਰੂ ਮਹਾਰਾਜ ਜੀਆਂ ਨੇ ਦੋਨਾਂ ਤੋਂ ਗੋਲੀ ਉੱਪਰ ਹੀ ਲੰਘਾ ਦੇਣੀ ਹੈ, ਕੇਵਲ ਤੇ ਕੇਵਲ ਪਰਖ ਕਰਨੀ ਹੀ ਇਹ ਸਤਿਗੁਰਾਂ ਦੱਸਣੀ ਹੈ। ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਵੇਗੀ। ਇਉਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਕਹੇ ਜੋਰ ਕਰ ਗਇਓ ਹਕਾਰਨ, ਨੇ ਇੱਕ ਕੋ ਕੀਏ ਨਾਮ ਉਚਾਰਨ। ਕਹੇ ਜੋਰ ਕਰ ਗਇਓ ਹਕਾਰਨ, ਨਹਿ ਇੱਕ ਕੋ ਕੀਏ ਨਾਮ ਉਚਾਰਨ। हे अच्युत पार ब्रह्म ਅਵਨਾਸੀ ਅਗਨਾ